ਅਮਰਤਾ ਪ੍ਰੀਤਮ ਦਾ ਨਾਵਲ ਰਤਨਾਂ ਦਾ ਤੀਸਰਾ ਭਾਗ। ਅਗਲੇ ਦਿਨ ਗਲੀ 'ਚੋਂ ਇੱਕ ਗਲੀ ਵਾਲੀ ਨੇ ਸੁਨੇਹਾ ਭੇਜਿਆ ਕਿ ਉਹ ਬੰਕੀ ਦੀ ਦੁਆ ਦਰਮਲ ਵੀ ਕਰੇਗੀ ਤੇ ਉਹਨੂੰ ਆਪਣੇ ਕੋਲ ਆਸਰਾ ਵੀ ਦੇਏਗੀ ਜੇ ਬੰਕੀ ਚਾਹੇ ਤਾਂ। ਪਰ ਬੰਕੀ ਨੇ ਅਖਵਾ ਭੇਜਿਆ ਕਿ ਉਹ ਆਪਣੀ ਬੀਬੀ ਨੂੰ ਉਡੀਕਦੀ ਰਹੇਗੀ। ਹੋਰ 2 ਦਿਨ ਲੰਘ ਗਏ ਤਾਂ ਇੱਕ ਡਾਕਟਰ ਬੰਕੀ ਨੂੰ ਵੇਖਣ ਲਈ ਆਇਆ। ਪਾਨਾਂ ਦੀ ਦੁਕਾਨ ਵਾਲੇ ਨੇ ਡਾਕਟਰ ਨੂੰ ਪੌੜੀਆਂ ਦਾ ਰਾਹ ਵੀ ਵਿਖਾਇਆ ਤੇ ਉੱਤੇ ਆ ਕੇ ਬੰਕੀ ਨੂੰ ਵੀ ਕਹਿ ਗਿਆ ਕਿ ਪੁਲਿਸ ਵਾਲਿਆਂ ਉਹਦੇ ਇਲਾਜ ਲਈ ਡਾਕਟਰ ਭੇਜਿਆ। ਡਾਕਟਰ ਨੇ ਨਬਜ਼ ਵੇਖੀ, ਥਰਮਾਮੀਟਰ ਲਾਇਆ, ਸਟੈਥੋਸਕੋਪ ਨਾਲ ਵੀ ਵੇਖਿਆ, ਪਰ ਜਦੋਂ ਉਹਨੇ ਬੰਕੀ ਨੂੰ ਦਵਾਈ ਦਿੱਤੀ ਤਾਂ ਬੰਕੀ ਨੇ ਦਵਾਈ ਖਾਣ ਤੋਂ ਸਿਰ ਫੇਰ ਦਿੱਤਾ। ਆਖਣ ਲੱਗੀ, ਤੁਸੀਂ ਪੁਲਿਸ ਦੇ ਡਾਕਟਰ ਹੋ, ਆਪਣੀ ਪੁਲਿਸ ਨੂੰ ਆਖੋ ਮੇਰੀ ਬੀਬੀ ਲੱਭ ਦੇਣ। ਮੇਰੀ ਬੀਬੀ ਲੱਭ ਪਏ ਮੈਂ ਆਪੇ ਰਾਜੀ ਹੋ ਜਾਵਾਂਗੀ, ਮੈਨੂੰ ਦਵਾਈਆਂ ਨਾਲ ਆਰਾਮ ਨਹੀਂ ਆਉਣਾ। ਤੇ ਬੰਕੀ ਰੋਣ ਲੱਗ ਪਈ। ਮੈਂ ਮਰ ਜਾਵਾਂਗੀ ਡਾਕਟਰ ਸਾਹਿਬ, ਮੈਂ ਆਪਣੀ ਬੀਬੀ ਬਗੈਰ ਜਿੰਦਾ ਨਹੀਂ ਰਹਿ ਸਕਦੀ। ਡਾਕਟਰ ਕੁਛ ਦੇਰ ਬੰਕੀ ਵੱਲ ਵੇਖਦਾ ਰਿਹਾ, ਉਹਦੀਆਂ ਰੋਂਦੀ ਦੀਆਂ ਗੱਲਾਂ ਸੁਣਦਾ ਰਿਹਾ, ਫਿਰ ਆਖਣ ਲੱਗਾ, ਪਰ ਜੇ ਤੈਨੂੰ ਬੀਬੀ ਕੋਲ ਰਿਹਾ ਨਾ ਚੰਗਾ ਘਰ ਮਿਲੇ ਨਾ ਚੰਗਾ ਖਾਣ ਨੂੰ ਤਾਂ ਤੂੰ ਬੀਬੀ ਕੋਲ ਕਿਸ ਤਰ੍ਹਾਂ ਰਹੇਂਗੀ? ਬੰਕੀ ਨੂੰ ਕੁਝ ਸਮਝ ਨਹੀਂ ਆਈ, ਕਹਿਣ ਲੱਗੀ, ਮੈਨੂੰ ਭੁੱਖਿਆਂ ਰਹਿਣਾ ਪਵੇ ਤਾਂ ਵੀ ਬੀਬੀ ਕੋਲ ਰਵਾਂਗੀ। ਡਾਕਟਰ ਕੁਝ ਦੇਰ ਚੁੱਪ ਰਿਹਾ, ਫਿਰ ਕਹਿਣ ਲੱਗਾ, ਜੇ ਇਹ ਗੱਲ ਏ ਤਾਂ ਮੈਂ ਤੈਨੂੰ ਤੇਰੀ ਬੀਬੀ ਕੋਲ ਲੈ ਜਾਵਾਂਗਾ। ਬੰਕੀ ਦਾ ਤਾਪ ਇੱਕੋ ਵਾਰ ਉਹਦੇ ਮੱਥੇ ਦੀ ਤਰੇੜੀ ਬਣ ਗਿਆ। ਹੈਰਾਨ ਜੀ ਪੁੱਛਣ ਲੱਗੀ, ਪੁਲਿਸ ਨੇ ਬੀਬੀ ਨੂੰ ਲੱਭ ਲਿਆ? ਡਾਕਟਰ ਹੱਸ ਜਿਹਾ ਪਿਆ, ਕਹਿਣ ਲੱਗਾ, ਨਹੀਂ, ਜੇ ਤੂੰ ਬੀਬੀ ਦੀ ਖੈਰ ਚਾਹੁੰਦੀ ਏ ਤਾਂ ਦੁਆ ਮੰਗ ਕੇ ਪੁਲਿਸ ਉਹਨੂੰ ਕਦੀ ਵੀ ਨਾ ਲੱਭ ਸਕੇ। ਪਰ ਤੁਸੀਂ ਕੌਣ ਹੋ? ਤੁਹਾਨੂੰ ਵੀ ਤਾਂ ਪੁਲਿਸ ਨੇ ਭੇਜਿਆ। ਬੰਕੀ ਨੂੰ ਮੱਥੇ ਦੀ ਤਰੇੜੀ ਨਾਲ ਇੱਕ ਘੇਰ ਜੀ ਆ ਗਈ। ਡਾਕਟਰ ਨੇ ਬੋਝੇ 'ਚੋਂ ਇੱਕ ਮੁੰਦਰੀ ਕੱਢੀ ਤੇ ਆਖਿਆ, ਇਹ ਮੁੰਦਰੀ ਪਛਾਣਨੀ ਏ? ਬੰਕੀ ਦਾ ਜਿਵੇਂ ਸਾਹ 'ਚ ਸਾਹ ਨਹੀਂ ਸੀ ਰਲਦਾ ਪਿਆ, ਕਹਿਣ ਲੱਗੀ, ਮੈਂ ਨਹੀਂ ਪਛਾਣਦੀ, ਇਹ ਮੁੰਦਰੀ ਮੇਰੀ ਬੀਬੀ ਦੀ ਏ। ਕਮਰੇ 'ਚ ਭਾਵੇਂ ਹੋਰ ਕੋਈ ਨਹੀਂ ਸੀ, ਡਾਕਟਰ ਨੇ ਤਾਂ ਵੀ ਹੌਲੀ ਜੀ ਕਿਹਾ, ਮੈਨੂੰ ਉਸੇ ਨੇ ਭੇਜਿਆ ਜਿਹਦੀ ਮੁੰਦਰੀ ਏ। ਪਰ ਤੁਸੀਂ? ਮੈਨੂੰ ਘਰ ਦਾ ਵੀ ਪਤਾ ਸੀ, ਪੌੜੀਆਂ ਦਾ ਵੀ, ਪਰ ਮੈਂ ਜਾਣ ਕੇ ਪਾਨਾਂ ਵਾਲੇ ਕੋਲੋਂ ਘਰ ਦਾ ਪਤਾ ਪੁੱਛਿਆ ਸੀ ਤੇ ਆਖਿਆ ਸੀ ਕਿ ਮੈਂ ਪੁਲਿਸ ਦਾ ਡਾਕਟਰ ਹਾਂ, ਤਾਂ ਕਿ ਗਲੀ 'ਚ ਮੇਰੇ ਤੇ ਸ਼ੱਕ ਨਾ ਪਵੇ। ਡਾਕਟਰ ਨੇ ਕਿਹਾ ਤਾਂ ਬੰਕੀ ਨੇ ਇੱਕ ਤਰਲੇ ਨਾਲ ਡਾਕਟਰ ਦਾ ਹੱਥ ਫੜ ਲਿਆ। ਮੇਰੀ ਬੀਬੀ ਕਿੱਥੇ ਵੇ? ਉਹ ਕਿਉਂ ਚਲੀ ਗਈ? ਮੈਨੂੰ ਉਹਦੇ ਕੋਲ ਲੈ ਚੱਲੋ। ਬੰਕੀ ਨੇ ਇਕੱਠੇ ਕਿੰਨੇ ਹੀ ਸਵਾਲ ਕਰ ਦਿੱਤੇ ਸਨ, ਇਸ ਲਈ ਡਾਕਟਰ ਹੱਸ ਪਿਆ, ਕਹਿਣ ਲੱਗਾ, ਉਹ ਕਿਉਂ ਗਈ ਏ, ਕਿੱਥੇ ਗਈ ਏ, ਇਹ ਤੂੰ ਆਪੇ ਉਹਦੇ ਕੋਲੋਂ ਪੁੱਛ ਲਈ। ਮੈਂ ਸਿਰਫ ਇਹ ਕਰ ਦਿਆਂਗਾ ਕਿ ਤੈਨੂੰ ਉਹਦੇ ਕੋਲ ਲੈ ਜਾਵਾਂਗਾ। ਚਲੋ, ਬੰਕੀ ਨੇ ਕਿਹਾ ਤੇ ਮੰਜੀ ਉੱਤੋਂ ਉੱਠਣ ਲੱਗੀ। ਅਜੇ ਨਹੀਂ, ਡਾਕਟਰ ਨੇ ਛੇਤੀ ਨਾਲ ਕਿਹਾ, ਇਸ ਤਰ੍ਹਾਂ ਗਲੀ 'ਚ ਸ਼ੱਕ ਪੈ ਜਾਏਗਾ, ਹੋ ਸਕਦਾ ਪੁਲਿਸ ਪਿੱਛਾ ਕਰੇ। ਇਸ ਵੇਲੇ ਹਨੇਰਾ ਪੈਣ ਵਾਲਾ ਹੈ, ਬਸ 6-7 ਘੰਟੇ ਹੋਰ ਠਹਿਰ ਜਾ। ਹੁਣ 2 ਘੰਟਿਆਂ ਨੂੰ ਬਾਹਰਲਾ ਬੂਹਾ ਬੰਦ ਕਰ ਲਈ ਤਾਂ ਕਿ ਸਾਰੇ ਸੋਚ ਲੈਣ ਕਿ ਤੂੰ ਛੇਤੀ ਸੌਂ ਗਈ ਹੈ। ਫਿਰ ਠੀਕ ਰਾਤੀ 2 ਵਜੇ ਤੂੰ ਪਿਛਲੀ ਬਾਰੀ 'ਚ ਆ ਜਾਈਂ। ਪਿਛਲੀ ਬਾਰੀ 'ਚ? ਉਸੇ ਬਾਰੀ 'ਚ ਜਿੱਥੋਂ ਤੇਰੀ ਬੀਬੀ ਗਈ ਸੀ। ਬੀਬੀ ਨੂੰ ਤੁਸੀਂ ਲੈ ਗਏ ਸੀ? ਨਹੀਂ, ਫਿਰ ਕੌਣ ਲੈ ਗਿਆ ਸੀ? ਇਹ ਤੂੰ ਆਪੇ ਬੀਬੀ ਨੂੰ ਪੁੱਛ ਲਈ। ਹੁਣ ਮੈਨੂੰ ਜਾਣਾ ਚਾਹੀਦਾ ਹੈ, ਇਹ 1-2 ਦਵਾਈਆਂ ਰੱਖ ਲੈ, ਇੱਥੇ ਸਰਹੰਦੀ ਰੱਖ ਛੱਡ। ਉਹ ਆਉਣ ਵਾਲਾ ਜਾਣ ਲੱਗਾ ਤਾਂ ਬੰਕੀ ਨੂੰ ਇੱਕ ਖਿਆਲ ਆਇਆ। ਛੇਤੀ ਨਾਲ ਪੁੱਛਣ ਲੱਗੀ, ਬੀਬੀ ਨੇ ਮੇਰੇ ਲਈ ਹੋਰ ਕੀ ਕਿਹਾ? ਸਿਰਫ ਇਹ ਕਿ ਤੈਨੂੰ ਬੀਬੀ ਦੇ ਕੋਲ ਜਾ ਕੇ ਕੋਈ ਸੁੱਖ ਆਰਾਮ ਨਹੀਂ ਮਿਲੇਗਾ ਤੇ ਜੇ ਤੂੰ ਇੱਥੇ ਰਹਿਣਾ ਚਾਹੇ ਤਾਂ ਬੀਬੀ ਨੇ ਕਿਹਾ ਕਿ ਉਹਦੇ ਸਾਰੇ ਗਹਿਣੇ ਕੱਪੜੇ ਤੇ ਪੈਸਾ ਲੈ ਲਵੀਂ। ਮੈਂ ਮਰ ਗਈ? ਬੰਕੀ ਹੈਰਾਨ ਜੀ ਹੋਈ, ਆਖਣ ਲੱਗੀ, ਇਹ ਨਹੀਂ ਪੁੱਛਿਆ ਕਿ ਮੈਂ ਜਾਵਾਂ ਕਿ ਨਾ, ਮੈਂ ਤਾਂ ਜਿੱਥੇ ਬੀਬੀ ਰਵੇ ਉੱਥੇ ਰਹਿਣਾ। ਮੈਂ ਇਹ ਪੁੱਛਿਆ ਇਹ ਕਿ ਬੀਬੀ ਨੇ ਕੁਝ ਗਹਿਣੇ ਕੱਪੜੇ ਮੰਗਵਾਏ ਨੇ ਕਿ ਨਹੀਂ? ਬਿਲਕੁਲ ਨਹੀਂ, ਉਹਨੇ ਆਖਿਆ, ਸਗੋਂ ਮੈਂ ਹੀ ਤੈਨੂੰ ਕਹਿਣਾ ਭੁੱਲ ਗਿਆ ਕਿ ਬੀਬੀ ਨੇ ਆਖਿਆ ਸੀ ਜੇ ਤੂੰ ਆਉਣਾ ਹੋਵੇ ਤਾਂ ਨਾਲ ਕੋਈ ਪੈਸਾ ਗਹਿਣਾ ਨਾ ਲਿਆਵੇਂ। ਕਿਉਂ? ਕਿਉਂਕਿ ਬਾਜ਼ਾਰ ਦੀ ਕਮਾਈ ਘਰ 'ਚ ਨਹੀਂ ਵਰਤੀ ਜਾ ਸਕਦੀ। ਇਹ ਸਭ ਕੁਝ ਕਹਿਣ ਵਾਲਾ ਚਲਾ ਗਿਆ ਤਾਂ ਬੰਕੀ ਨੂੰ ਸਾਰੀਆਂ ਗੱਲਾਂ ਸੁਪਨੇ ਵਰਗੀਆਂ ਜਾਪਣ ਲੱਗ ਪਈਆਂ। ਉਹਨੂੰ ਯਕੀਨ ਨਾ ਬਚੇ ਕਿ ਬੀਬੀ ਦਾ ਹੁਣੇ ਸੱਚਮੁੱਚ ਸੁਨੇਹਾ ਆਇਆ ਸੀ ਤੇ ਅੱਜ ਅੱਧੀ ਰਾਤੀਂ ਉਹ ਸੱਚਮੁੱਚ ਬੀਬੀ ਦੇ ਕੋਲ ਜਾਏਗੀ। ਫਿਰ ਉਹਨੇ ਉਸ ਮੁੰਦਰੀ ਵੱਲ ਵੇਖਿਆ ਜਿਹੜੀ ਬੀਬੀ ਨੇ ਨਿਸ਼ਾਨੀ ਵੱਲੋਂ ਭੇਜੀ ਸੀ ਤੇ ਉਹ ਅਜੇ ਵੀ ਉਹਦੇ ਸਿਰਹਾਣੇ ਕੋਲ ਪਈ ਸੀ। ਇੱਕ ਵਾਰੀ ਉਹਨੂੰ ਮਾੜਾ ਜਿਹਾ ਸ਼ੰਕਾ ਵੀ ਆਇਆ, ਕੀ ਪਤਾ ਇਹ ਆਉਣ ਵਾਲਾ ਕੌਣ ਸੀ ਤੇ ਅੱਜ ਅੱਧੀ ਰਾਤੀਂ ਉਹਨੂੰ ਕਿੱਥੇ ਲੈ ਜਾਏਗਾ। ਖੌਰੇ ਉੱਥੇ ਬੀਬੀ ਹੋਏਗੀ ਕਿ ਨਹੀਂ, ਪਰ ਸ਼ੰਕੇ ਜੋਗੀ ਥਾਂ ਕਿਤੇ ਨਹੀਂ ਸੀ। ਬੰਕੀ ਨੂੰ ਆਪੇ ਹੀ ਖਿਆਲ ਆਇਆ, ਉਹਨੇ ਪੱਕੀ ਕੀਤੀ ਸੀ ਕਿ ਗਹਿਣਾ ਪੈਸਾ ਕੁਝ ਵੀ ਨਾਲ ਨਹੀਂ ਲਿਜਾਣਾ ਤੇ ਜੇ ਉਹ ਚੰਗਾ ਨਾ ਹੁੰਦਾ ਤੇ ਗਹਿਣੇ ਪੈਸੇ ਲਿਆਉਣ ਦੀ ਸਗੋਂ ਪੱਕੀ ਕਰਦਾ। ਗੋਬਿੰਦ ਰਾਜੂ ਦੀ ਬਨਵਾਸ ਵਰਗੀ ਜ਼ਿੰਦਗੀ 'ਚ ਇੱਕ ਚਹਿਕਦਾ ਸਾਥ ਸੀ। ਕਦੇ-ਕਦੇ ਆਪ ਹੀ ਕੰਡਿਆਲੀਆਂ ਝਾੜੀਆਂ ਚੁੱਗੇ ਹੋਏ ਕਿਸੇ ਫੁੱਲ ਨੂੰ ਵੇਖ ਕੇ ਆਖਦਾ ਹੁੰਦਾ ਸੀ, ਦੋਸਤੋ, ਜ਼ਿੰਦਗੀ ਭਾਵੇਂ ਸਿਰਫ ਕੰਡੇ ਹੈ, ਪਰ ਮੈਂ ਕੰਡਿਆਂ ਚੁੱਗੇ ਹੋਏ ਫੁੱਲ ਵਰਗਾ, ਮੇਰੇ ਮਨ ਨੂੰ ਸੁੰਘ ਕੇ ਵੇਖੋ। ਅੱਜ ਸਵੇਰ ਸਾਰ ਜਦੋਂ ਬੰਕੀ ਨੂੰ ਲੈ ਕੇ ਰਾਜੂ ਦੇ ਰਤਨਾ ਕੋਲ ਪਹੁੰਚਿਆ
ਉਹਦੇ ਗਲ ਉਹੀ ਉਹ ਰਾਤ ਵਾਲਾ ਡਾਕਟਰ ਦਾ ਵੇਸ ਸੀ। ਜਿਹੜੀ ਕਸਰ ਸੀ ਉਹ ਵੀ ਉਹਨੇ ਘੋੜੇ ਤੋਂ ਉਤਰਦਿਆਂ ਪੂਰੀ ਕਰ ਲਈ। ਬੋਝੇ 'ਚੋਂ ਕੱਢ ਕੇ ਅੱਖਾਂ 'ਤੇ ਐਨਕ ਲਾ ਲਈ ਤੇ ਸਟੈਥੋਸਕੋਪ ਗਲ 'ਚ ਪਾ ਕੇ ਬੰਕੀ ਨੂੰ ਨਾਲ ਲਈ ਰਤਨਾ ਦੇ ਸਾਹਮਣੇ ਹੋਇਆ ਆਖਣ ਲੱਗਾ, ਹਜੂਰ ਡਾਕਟਰ ਤੇ ਮਰੀਜ਼ ਦੋਵੇਂ ਹਾਜ਼ਰ ਨੇ। ਰਤਨਾ ਉਸ ਵੇਲੇ ਰਾਜੂ ਕੋਲੋਂ ਬੰਦੂਕ ਦੀ ਸਿਖਲਾਈ ਲੈ ਰਹੀ ਸੀ ਤੇ ਉਹਨੇ ਗਲ 'ਚ ਰਾਜੂ ਦਾ ਹੀ ਕਮੀਜ਼ ਪਜਾਮਾ ਪਾਇਆ ਸੀ। ਇਸ ਲਈ ਬੰਕੀ ਨੇ ਉਹਨੂੰ ਪਹਿਲੀ ਨਜ਼ਰੇ ਪਛਾਣਿਆ ਨਹੀਂ। ਰਤਨਾ ਉਹਦੇ ਵੱਲ ਵੇਖ ਕੇ ਹੱਸ ਜਿਹੀ ਪਈ ਤਾਂ ਬੰਕੀ ਦੇ ਮੂੰਹੋਂ ਨਿਕਲਿਆ, ਹਾਈ ਮਾਂ, ਇਹ ਬੀਬੀ ਏ। ਰਤਨਾ ਉਹਨੂੰ ਬਾਂਹ 'ਚ ਲੈਂਦੀ ਤੇ ਉਹਦੇ ਮੂੰਹ ਵੱਲ ਵੇਖਦੀ ਬੋਲੀ, ਪਗਲੀ, 2 ਦਿਨਾਂ 'ਚ ਤੇਰਾ ਕੀ ਹਾਲ ਹੋ ਗਿਆ। ਬੰਕੀ ਵਾਸਤੇ ਗੁਆਚੀ ਬੀਬੀ ਮੁੜ ਲੱਭਣ ਵਾਲਾ ਪਹਿਲੂ ਪਲ ਚਮਤਕਾਰੀ ਸੀ, ਪਰ ਦੂਜਾ ਆਪਣੱਤ ਦੇ ਉਲਾਂਭੇ ਨਾਲ ਭਰ ਗਿਆ। ਆਖਣ ਲੱਗੀ, ਤੁਸੀਂ ਤਾਂ ਕਹਿੰਦੇ ਹੁੰਦੇ ਸੀ ਬੀਬੀ ਕਿ ਮੈਂ ਤੈਨੂੰ ਜ਼ਿੰਦਗੀ 'ਚ ਕਦੀ ਨਹੀਂ ਛੱਡਾਂਗੀ, ਫਿਰ ਕਿਉਂ ਛੱਡ ਦਿੱਤਾ। ਰਤਨਾ ਹੱਸ ਪਈ, ਨਹੀਂ ਬੰਕੀ, ਮੈਂ ਤੈਨੂੰ ਨਹੀਂ ਛੱਡਿਆ, ਉਹ ਜ਼ਿੰਦਗੀ ਨੂੰ ਛੱਡਿਆ। ਬੰਦੂਕ ਅਜੇ ਤੱਕ ਰਤਨਾ ਦੇ ਹੱਥ 'ਚ ਸੀ। ਉਹਨੂੰ ਹੱਥੋਂ ਰੱਖਣ ਲਈ ਜ਼ਰਾ ਪਰਾਂ ਹੋਈ ਤਾਂ ਗੋਬਿੰਦ ਨੇ ਬੰਕੀ ਦੇ ਕੰਨ 'ਚ ਕੁਝ ਕਿਹਾ। ਬੰਕੀ ਦੇ ਮੂੰਹ ਤੇ ਲੱਥਾ ਹੋਇਆ ਸੂਰਜ ਇੱਕੋ ਵਰਗੀ ਚੜ੍ਹ ਪਿਆ ਤੇ ਉਹਨੇ ਅੱਗੇ ਹੋ ਕੇ ਰਾਜੂ ਦੇ ਪੈਰ ਛੂਹੇ ਆਖਿਆ, ਦਾਊ, ਤੁਸੀਂ ਅੱਜ ਤੱਕ ਕਿੱਥੇ ਸੀ। ਰਾਜੂ ਨੇ ਬੰਕੀ ਦੇ ਸਿਰ ਤੇ ਪਿਆਰ ਦਿੱਤਾ ਤੇ ਕਿਹਾ, ਅਸੀਂ ਸਾਰੇ ਤੇਰੇ ਵਾਂਗੂ ਮੇਲੇ 'ਚ ਗੁਆਚ ਗਏ ਸੀ। ਦੂਜੇ ਸਾਥੀ ਹੱਸਦੇ ਰਹੇ। ਗੋਬਿੰਦ ਤੇ ਰਤਨਾ ਦੇ ਕੋਲ ਆਏ ਤੇ ਗੋਬਿੰਦ ਨੂੰ ਕਹਿਣ ਲੱਗੇ, ਡਾਕਟਰ ਸਾਹਿਬ, ਚਾਹ ਤਿਆਰ ਏ, ਬੈਠੋ, ਚਾਹ ਪੀਓ ਤੇ ਮਰੀਜ਼ ਨੂੰ ਵੀ ਪਿਆਓ। ਗੋਬਿੰਦ ਹੱਸਣ ਲੱਗਾ, ਓਏ ਕੰਪਾਊਂਡਰੋ, ਪਹਿਲੋਂ ਮੈਨੂੰ ਇਸ ਕੋਟ ਪਤਲੂਨ 'ਚੋਂ ਤਾਂ ਕੱਢੋ। ਤੇ ਸਾਰੇ ਚਾਹ ਪੀਣ ਬੈਠੇ ਤਾਂ ਗੋਬਿੰਦ ਨੇ ਫਿਰ ਬੰਕੀ ਦੇ ਕੰਨ 'ਚ ਕੁਝ ਕਿਹਾ। ਬੰਕੀ ਨੇ ਰਤਨਾ ਦੇ ਸਾਹਮਣੇ ਪੈਰਾਂ ਭਾਰ ਬਹਿੰਦੀ ਨੇ ਰਤਨਾ ਦਾ ਹੱਥ ਫੜ ਕੇ ਉਹਦੀ ਤਲੀ ਵੇਖੀ, ਕਹਿਣ ਲੱਗੀ, ਸੱਚ ਬੀਬੀ, ਇਹਨਾਂ ਤਲੀਆਂ ਤੇ ਮਹਿੰਦੀ ਲੱਗੇਗੀ। ਰਤਨਾ ਨੇ ਇੱਕ ਵਾਰ ਰਾਜੂ ਵੱਲ ਵੇਖਿਆ, ਫਿਰ ਆਖਿਆ, ਇਹਨਾਂ ਦੀ ਦੁਆ ਨਾਲ ਮਹਿੰਦੀ ਵੀ ਲੱਗੇਗੀ ਤੇ ਮਹਿੰਦੀ ਵਾਲੇ ਹੱਥਾਂ ਨਾਲ ਬੰਦੂਕ ਵੀ ਫੜਾਂਗੀ। ਕੋਲੋਂ ਦੀ ਗੋਬਿੰਦ ਹੱਸ ਪਿਆ, ਜਿਵੇਂ ਮੈਂ ਬੰਦੂਕ ਵੀ ਚਲਾਉਣਾ ਤੇ ਬੰਸਰੀ ਵੀ ਵਜਾਉਣਾ। ਤੇ ਬੰਕੀ ਹੁਣ ਸਾਰੇ ਮਾਹੌਲ 'ਚ ਸਹਿਜ ਹੋ ਗਈ ਸੀ। ਹੱਸ ਕੇ ਕਹਿਣ ਲੱਗੀ, ਤੁਸੀਂ ਤਾਂ ਥਰਮਾਮੀਟਰ ਵੀ ਲਗਾਉਂਦੇ ਹੋ। ਚਾਹ ਪੀਤੀ ਗਈ ਤਾਂ ਦੂਜੇ ਤਿੰਨਾਂ ਸਾਥੀਆਂ ਨੇ ਗੋਬਿੰਦ ਦੇ ਕੋਲ ਆ ਕੇ ਜਜਮਾਨਾਂ ਵਾਂਗੂ ਹੱਥ ਬੰਨੇ ਆਖਿਆ, ਪੰਡਤ ਗੋਬਿੰਦ ਪ੍ਰਸਾਦ ਜੀ, ਹੁਣ ਸਾਨੂੰ ਕਾਗਜ਼ 'ਤੇ ਲਿਖ ਦਿਓ ਕਿ ਕੀ ਕੀ ਚਾਹੀਦਾ। ਫੁੱਲਾਂ ਦੇ ਹਾਰ, ਮਹਿੰਦੀ, ਮੌਲੀ, ਲੱਡੂ ਤੇ ਹੋਰ ਕੀ। ਗੋਬਿੰਦ ਨੇ ਰਾਜੂ ਤੇ ਰਤਨਾ ਵੱਲ ਵੇਖਿਆ, ਆਖਿਆ, ਜਜਮਾਨ, ਦਕਸ਼ਣਾ ਕੀ ਮਿਲੇਗੀ। ਸ਼ਾਇਦ ਕੋਈ ਕੁਝ ਨਹੀਂ ਸਮਝਿਆ। ਰਤਨਾ ਸਮਝ ਗਈ। ਉਹਨੇ ਹੱਸ ਕੇ ਇੱਕ ਵਾਰ ਬੰਕੀ ਵੱਲ ਵੇਖਿਆ, ਫਿਰ ਗੋਬਿੰਦ ਨੂੰ ਆਖਣ ਲੱਗੀ, ਪੰਡਤ ਜੀ, ਜੋ ਮੰਗੋਗੇ ਮਿਲੇਗਾ। ਜੈ ਹੋ ਜਜਮਾਨ। ਗੋਬਿੰਦ ਨੇ ਇੱਕ ਵਾਰ ਆਖਿਆ, ਫਿਰ ਸਾਥੀਆਂ ਵੱਲ ਵੇਖਦਾ ਆਖਣ ਲੱਗਾ, ਹੋਰ ਤਾਂ ਸਭ ਕੁਝ ਆ ਜਾਏਗਾ, ਪਰ ਗੱਲ ਇਹ ਹੈ ਕਿ ਇੱਕ ਅਦਦ ਭਗਵਾਨ ਚਾਹੀਦਾ ਹੈ। ਰਾਜੂ ਬੋਲਿਆ, ਇਹ ਤਾਂ ਸੋਚ ਚੁੱਕੇ ਹਾਂ। ਇੱਕ ਮੰਦਰ ਪਰਲੀ ਪਹਾੜੀ ਉੱਤੇ ਹੈ, ਜਿੱਥੇ ਪੈਰ ਰਾਤ ਰਹਿੰਦੀ ਚਲੇ ਜਾਵਾਂਗੇ। ਉਸੇ ਵੇਲੇ ਉੱਥੇ ਕੋਈ ਜੀਵ ਜੰਤੂ ਨਹੀਂ ਹੁੰਦਾ। ਨਹੀਂ ਰਾਜੂ, ਮੈਂ ਸੋਚ ਰਿਹਾ ਉਹ ਮੰਦਰ ਵਿੱਚ ਵੀ ਜਾਣਾ ਠੀਕ ਨਹੀਂ। ਗੋਬਿੰਦ ਨੇ ਕਿਹਾ ਤਾਂ ਰਾਜੂ ਹੱਸ ਪਿਆ, ਗੋਬਿੰਦ, ਤੂੰ ਕਦੋਂ ਦਾ ਘਬਰਾਉਣ ਲੱਗ ਪਿਆ। ਉਹੀ ਠੀਕ ਹੈ। ਹਾਂ, ਹੈ ਤਾਂ ਬਿਲਕੁਲ ਉਜਾੜ 'ਚ ਠੀਕ ਹੈ। ਗੋਬਿੰਦ ਨੇ ਹਾਮੀ ਭਰ ਦਿੱਤੀ ਤੇ ਤਿੰਨਾਂ ਸਾਥੀਆਂ ਨੂੰ ਲੈ ਕੇ ਕਲਵੰਜੇ ਚਲਾ ਗਿਆ। ਅੱਜ ਰਤਨਾ ਤੇ ਬੰਕੀ ਦਾ ਰਿਸ਼ਤਾ ਜਿਵੇਂ ਤੀਰਾ ਹੋ ਗਿਆ। ਦੂਰਾ ਪਹਿਲਾਂ ਹੀ ਸੀ। ਬੰਕੀ ਰਤਨਾ ਦੀ ਮੁਲਾਜ਼ਮਾਂ ਵੀ ਸੀ ਤੇ ਸਹੇਲੀ ਵੀ, ਤੇ ਨਾਲ ਹੀ ਬੰਕੀ ਨੂੰ ਰਤਨਾ ਆਪਣੀ ਮਾਂ ਜੀ ਲੱਗਦੀ ਸੀ। ਪਰ ਅੱਜ ਰਤਨਾ ਦੇ ਹੱਥਾਂ ਨੂੰ ਮਹਿੰਦੀ ਲਾਣੀ ਸੋਚ ਕੇ ਉਹ ਜਿਵੇਂ ਇੱਕੋ ਪਲ 'ਚ ਉਹਦੀ ਮਾਂ ਜਿਹੀ ਹੋ ਗਈ। ਮਾਂ ਵਾਂਗ ਹੀ ਉਹਦੇ ਅੰਦਰ ਕਿਤੇ ਧੀ ਦੇ ਹੱਥ ਪੀਲੇ ਕਰਨ ਜਿਹਾ ਚੈਨ ਆਇਆ। ਉਸ ਰਾਤ ਬੰਕੀ ਨੇ ਆਪਣੇ ਹੱਥਾਂ ਨਾਲ ਇੱਕ ਕਸੋਰੇ 'ਚ ਮਹਿੰਦੀ ਘੋਲੀ, ਰਤਨਾ ਦੇ ਹੱਥਾਂ 'ਤੇ ਲਾਈ। ਫੁੱਲ ਮਹਿੰਦੀ ਖਰੀਦਣ ਗਿਆ ਗੋਬਿੰਦ ਅੱਜ ਨਗਰ ਦੇ ਬਾਜ਼ਾਰ 'ਚੋਂ ਇੱਕ ਬੰਸਰੀ ਵੀ ਖਰੀਦ ਲਿਆਇਆ ਸੀ। ਇਸ ਲਈ ਜਿੰਨਾ ਚਿਰ ਸਾਥੀ ਚੌਲਾਂ ਦੀ ਦੇਗ ਰਹਿੰਦੇ ਰਹੇ, ਬੰਕੀ ਰਤਨਾ ਦੇ ਹੱਥਾਂ ਉੱਤੇ ਮਹਿੰਦੀ ਲਾਉਂਦੀ ਰਹੀ। ਗੋਬਿੰਦ ਇੱਕ ਦਰਖਤ ਦੇ ਟਾਹਣ ਉੱਤੇ ਬਹਿ ਕੇ ਬੰਸਰੀ ਵਜਾਉਂਦਾ ਰਿਹਾ। ਅੱਜ ਉਹਨਾਂ ਨੇ ਰਤਨਾ ਲਈ ਇੱਕ ਰੰਗਲੀ ਧੋਤੀ ਖਰੀਦੀ ਸੀ ਤੇ ਰਤਨਾ ਨੇ ਐਸੇ ਵੇਲੇ ਉਹ ਧੋਤੀ ਪਾਈ ਸੀ। ਰਾਜੂ ਨੇ ਇੱਕ ਵਾਰੀ ਹੱਸਦਿਆਂ ਕੋਲ ਆ ਕੇ ਧੋਤੀ ਦਾ ਪੱਲਾ ਰਤਨਾ ਦੇ ਸਿਰ 'ਤੇ ਦੇ ਦਿੱਤਾ ਤਾਂ ਰਤਨਾ ਦੀਆਂ ਅੱਖਾਂ ਭਰ ਆਈਆਂ। ਮੂੰਹੋਂ ਨਿਕਲਿਆ, ਜਾਣਦੇ ਹੋ ਰਾਜੂ, ਸਭ ਲੋਕ ਸਿਰ ਤੋਂ ਪੱਲਾ ਉਤਾਰਦੇ ਹੈ। ਰਾਜੂ ਖਲੋਤਾ ਹੋਇਆ ਸੀ। ਉਹਨੇ ਝੁੱਕ ਕੇ ਰਤਨਾ ਦਾ ਸਿਰ ਮੋਢੇ ਨਾਲ ਲਾ ਲਿਆ ਤੇ ਹੌਲੀ ਜਿਹੀ ਕਿਹਾ, ਰਤੂ, ਉਹ ਸਭ ਭੁੱਲ ਜਾ, ਕਦੀ ਯਾਦ ਨਹੀਂ ਕਰਨਾ। ਉਹ ਪਤਾ ਨਹੀਂ ਕਿਹੜੇ ਜਨਮ ਦੀ ਗੱਲ ਸੀ। ਉਸ ਰਾਤ ਰਤਨਾ ਨੂੰ ਪਹਿਲੀ ਵਾਰ ਮਨੁੱਖ ਸ਼ਕਤੀ ਦਾ ਅਹਿਸਾਸ ਹੋਇਆ। ਸੋਚਦੀ ਰਹੀ, ਖੁਦਾ ਦੀ ਸ਼ਕਤੀ ਦਾ ਕਿੰਨਾ ਕੁਝ ਮਨੁੱਖ ਦੇ ਹੱਥਾਂ 'ਚ ਆ ਸਕਦਾ ਹੈ। ਇੱਕੋ ਜਨਮ 'ਚ ਜਨਮ ਬਦਲ ਦੇਣ ਤੱਕ ਦਾ ਹੱਕ, ਜੂਨ ਵਟਾ ਦੇਣ ਤੱਕ ਦਾ ਜ਼ੋਰ, ਕਿਸਮਤ ਦੀਆਂ ਪੁੱਠੀਆਂ ਲਿਖੀਆਂ ਤੱਕ ਨੂੰ ਸਿੱਧੀਆਂ ਕਰ ਦੇਣ ਤੱਕ ਦਾ ਦਾਵਾ, ਤੇ ਸਾਰੀ ਦੁਨੀਆ ਉਹਨੂੰ 2 ਹਿੱਸਿਆਂ 'ਚ ਟੁੱਟੀ ਹੋਈ ਜਾਪੀ।
ਵੰਡੀ ਹੋਈ, ਚੀਰੀ ਹੋਈ। ਇੱਕ ਜੋ ਰਾਜੂ ਦੀ ਦੁਨੀਆ ਸੀ ਤੇ ਦੂਜੀ ਜੋ ਪੰਨਾ ਡਾਕੂ ਦੀ ਦੁਨੀਆ ਸੀ। ਸੋਚਦੀ ਰਹੀ, ਹਾਲਾਂਕਿ ਦੁਨੀਆ ਦਾ ਨਾਮ ਇੱਕੋ ਦੁਨੀਆ ਤੇ ਪੁਲਿਸ ਦੇ ਕਾਗਜ਼ਾਂ 'ਚ ਦੋਹਾਂ ਦਾ ਕਿੱਤਾ ਇੱਕੋ ਕਿੱਤਾ ਹੈ ਤੇ ਕਾਨੂੰਨ ਨੂੰ ਜਿਵੇਂ ਪੰਨਾ ਡਾਕੂ ਨੇ ਹੱਥ 'ਚ ਲਿਆ ਹੋਇਆ ਹੈ, ਉਵੇਂ ਰਾਜੂ ਨੇ ਵੀ। ਪਰ ਇੱਕੋ ਕਾਨੂੰਨ ਨੂੰ ਦੋ ਟੁਕੜਿਆਂ 'ਚ ਕੌਣ ਵੰਡੇਗਾ? ਤੇ ਰਤਨਾ ਨੂੰ ਦੁੱਖਾਂ ਨੇ ਜਿਵੇਂ ਫਲਸਫੀ ਬਣਾ ਦਿੱਤਾ। ਸੋਚਦੀ ਰਹੀ, ਇੱਕ ਨੇ ਕਾਨੂੰਨ ਦੀ ਤਾਕਤ ਨੂੰ ਝੁਠਿਆਉਣ ਲਈ ਕਾਨੂੰਨ ਨੂੰ ਹੱਥ 'ਚ ਲਿਆ, ਦੂਜੇ ਨੇ ਉਹਦੀ ਤਾਕਤ ਨੂੰ ਸਚਿਆਉਣ ਲਈ ਉਹਨੂੰ ਹੱਥ 'ਚ ਲਿਆ। ਪਰ ਫਰਕ ਦੀ ਇਸ ਲਕੀਰ ਉੱਤੇ ਪੈਰ ਰੱਖ ਕੇ ਕੌਣ ਵੇਖੇਗਾ? ਜੋ ਆਮ ਆਏ ਦਿਨ ਕਿਹਾ ਜਾਂਦਾ ਹੈ, ਉਹ ਵੀ ਰਤਨਾ ਨੇ ਸੁਣਿਆ ਹੋਇਆ ਸੀ ਕਿ ਕਾਨੂੰਨ ਅੰਨਾ ਹੁੰਦਾ ਹੈ। ਸੋਚਣ ਲੱਗੀ, ਉਹ ਜਿਹਦੀਆਂ ਅੱਖਾਂ ਨਹੀਂ ਹੁੰਦੀਆਂ, ਉਹ ਅੱਖਾਂ ਵਾਲਿਆਂ ਨੂੰ ਦਿਸਦੀ ਇਸ ਲਕੀਰ ਨੂੰ ਕਿਵੇਂ ਵੇਖ ਸਕਦਾ ਹੈ? ਲਕੀਰ ਜੋ ਬੋਲਦੀ ਨਹੀਂ, ਜੋ ਪੈਰਾਂ ਚੜ੍ਹਦੀ ਨਹੀਂ, ਬਸ ਚੁੱਪ ਜਿਹੀ ਧਰਤੀ ਨੂੰ ਦੋ ਹਿੱਸਿਆਂ 'ਚ ਵੰਡਦੀ ਰਹਿੰਦੀ ਹੈ। ਰਾਜੂ ਦੇ ਪਹਿਲੇ ਦਿਨ ਦੇ ਆਖੇ ਹੋਏ ਬੋਲ ਚੇਤੇ ਆਏ। ਇਨਸਾਫ ਜੇ ਸਿੱਧੀ ਹੱਥੀ ਮਿਲਦਾ ਹੁੰਦਾ, ਮੈਂ ਉਹਨੂੰ ਪੁੱਠੇ ਹੱਥੀ ਕਿਉਂ ਲੈਣਾ ਚਾਹੁੰਦਾ? ਤੇ ਰਤਨਾ ਸੋਚਾਂ 'ਚ ਭਿੱਜਦੀ ਗਈ। ਜਦੋਂ ਵੇਲਾ ਆਏਗਾ, ਸਾਰੇ ਇਸ ਪੁੱਠੇ ਹੱਥ ਨੂੰ ਵੇਖਣਗੇ। ਇਹ ਕੋਈ ਨਹੀਂ ਵੇਖੇਗਾ ਕਿ ਦਿਲ ਵਿੱਚੋਂ ਵਗਦੇ ਲਹੂ ਨੂੰ ਪੂੰਝਣ ਲਈ ਕਿਉਂ ਕਦੀ ਹੱਥ ਨੂੰ ਪੁੱਠਿਆਂ ਕਰਨਾ ਪੈਂਦਾ ਹੈ ਤੇ ਕਿੰਨੇ ਹੀ ਕਿਉਂ ਰਤਨਾ ਦੇ ਮੱਥੇ 'ਚ ਆਣ ਬੈਠੇ। ਮੇਰਾ ਪਿਓ ਜਿਹੜਾ ਦਹਿਸ਼ਤ ਨਾਲ ਮਰ ਗਿਆ, ਕਾਨੂੰਨ ਨੇ ਉਸ ਦਹਿਸ਼ਤ ਨੂੰ ਕਿਉਂ ਨਾ ਮਿਟਾ ਦਿੱਤਾ? ਮੈਨੂੰ ਇੱਕ ਨਿੱਕੀ ਜਿਹੀ ਬੱਚੀ ਨੂੰ ਜਿਹਨੇ ਘਰ 'ਚੋਂ ਚੁੱਕ ਕੇ ਬਾਜ਼ਾਰ 'ਚ ਬਿਠਾ ਦਿੱਤਾ, ਕਾਨੂੰਨ ਨੇ ਆਪਣੇ ਪੈਰ ਨਾਲ ਉਸ ਜ਼ਬਰ ਨੂੰ ਕਿਉਂ ਨਾ ਮੇਟ ਦਿੱਤਾ? ਪਿੰਡ ਦੇ ਇੱਕ ਸਧਾਰਨ ਬੰਦੇ ਨੇ ਜਦੋਂ ਸੱਚ ਨੂੰ ਸੱਚ ਕਹਿ ਦਿੱਤਾ ਤਾਂ ਉਹਦੀ ਛਾਤੀ 'ਚ ਗੋਲੀ ਮਾਰਨ ਵਾਲੇ ਨੂੰ ਕਾਨੂੰਨ ਨੇ ਕਿਉਂ ਨਾ ਆਪਣੇ ਹੱਥ 'ਚ ਫੜ ਲਿਆ? ਤੇ ਸੋਚਾਂ 'ਚ ਜਦੋਂ ਸਵੇਰ ਹੋਣ ਲੱਗੀ, ਰਤਨਾ ਉੱਠ ਕੇ ਨਦੀ 'ਚ ਨਹਾਤੀ। ਫਿਰ ਜਿਸ ਮੱਥੇ 'ਚ ਕਿੰਨੇ ਕਿਉਂ ਬੈਠੇ ਸਨ, ਉੱਥੇ ਆਪਣੇ ਮੱਥੇ ਉੱਤੇ ਸੰਧੂਰ ਦੀ ਪਹਿਲੀ ਬਿੰਦੀ ਲਾਉਣ ਲੱਗ ਪਈ। ਰਾਜੂ ਵੀ ਜਾਗਿਆ ਤੇ ਨਹਾ ਕੇ ਕੱਪੜੇ ਪਾਉਂਦਾ ਸਾਥੀਆਂ ਨੂੰ ਜਗਾਉਣ ਲੱਗਾ। ਰਾਤ ਬਹੁਤ ਬਾਕੀ ਨਹੀਂ, ਉੱਠੋ, ਬਹੁਤ ਦੂਰ ਜਾਣਾ ਹੈ ਤੇ ਆਪਣੇ ਆਪਣੇ ਹਥਿਆਰ ਵੀ ਸੰਭਾਲੋ। ਗੋਬਿੰਦ ਇੰਨਾ ਸੁੱਤਾ ਹੋਇਆ ਨਹੀਂ ਸੀ ਜਿੰਨੀ ਸੁੱਤੀ ਹੋਈ ਆਵਾਜ਼ 'ਚ ਕਹਿਣ ਲੱਗਾ, ਰਾਜੂ ਦੋਸਤ, ਅੱਜ ਦਾ ਦਿਨ ਹਥਿਆਰ ਨਹੀਂ ਫੜਾਂਗੇ, ਬਸ ਕਹਿ ਦਿੱਤਾ। ਤੇ ਰਾਜੂ ਨੇ ਝਿੜਕ ਜਿਹੀ ਦਿੱਤੀ, ਪਾਗਲ ਹੋ ਗਏ ਹੋ? ਮੰਦਰ ਇੱਥੋਂ ਬਹੁਤ ਦੂਰ ਹੈ, ਰਸਤੇ 'ਚ ਕੁਝ ਵੀ ਹੋ ਸਕਦਾ ਹੈ। ਗੋਬਿੰਦ ਹੱਸ ਜਿਹਾ ਪਿਆ, ਕਹਿਣ ਲੱਗਾ, ਪਰ ਰਾਜੂ, ਮੈਂ ਹੱਥ 'ਚ ਬੰਦੂਕ ਫੜਾਂਗਾ ਤਾਂ ਬੰਸਰੀ ਕਿਸ ਤਰ੍ਹਾਂ ਵਜਾਵਾਂਗਾ? ਰਾਜੂ ਮੁਸਕਰਾ ਪਿਆ, ਗੋਬਿੰਦ ਮੇਰੇ ਕ੍ਰਿਸ਼ਨ ਕਨਈਆ, ਪੁਲਿਸ ਤੇਰੀ ਰਾਧਾ ਨਹੀਂ ਜੋ ਬੰਸਰੀ ਸੁਣਦੀ ਰਹੇਗੀ। ਪਰ ਗੋਬਿੰਦ ਅਜੇ ਵੀ ਹੱਸਦਾ ਅਲਸਾਇਆ ਪਿਆ ਰਿਹਾ, ਉੱਠਿਆ ਨਹੀਂ। ਬਾਂਕੀ ਇੱਕ ਥਾਲੀ 'ਚ ਲੱਡੂ ਤੇ ਫੁੱਲ ਸਜਾਉਂਦੀ ਰਹੀ ਤੇ ਜਦੋਂ ਕੁਝ ਹੋਰ ਚਿਰਕ ਹੋ ਗਈ ਤਾਂ ਰਾਜੂ ਨੇ ਲੋਕਾਂ ਨੂੰ ਤੇ ਬਿਕਰਮ ਨੂੰ ਜਗਾਇਆ। ਲਛਮਣ ਅੱਗੇ ਹੀ ਜਾਗਦਾ ਸੀ, ਕਿਉਂ? ਅੱਜ ਪਹਿਰੇ ਤੇ ਉਹਦੀ ਵਾਰੀ ਸੀ। ਇੱਕ ਪੁਰਾਣੇ ਮਹਿਲ ਦਾ ਖੰਡਰ ਸੀ ਜਿਹਦੇ 'ਚ ਅੱਜ ਰਾਜੂ ਦਾ ਤੇ ਉਹਦੇ ਸਾਥੀਆਂ ਦਾ ਪੜਾਅ ਸੀ ਤੇ ਪਹਾੜੀ ਵਾਲਾ ਪੜਾਅ ਉਹਨਾਂ ਕੱਲ੍ਹ ਬਦਲ ਲਿਆ ਸੀ। ਮਲਬੇ ਦੇ ਇਸ ਢੇਰ ਜਿਹੇ ਮਹਿਲ 'ਚ ਅਜੇ ਵੀ ਕੁਝ ਕੋਠੜੀਆਂ ਦੀਆਂ ਛੱਤਾਂ ਬਾਕੀ ਸਨ ਤੇ ਅੱਜ ਸਾਰਿਆਂ ਨੂੰ ਇਹ ਇੱਕ ਵਸਦਾ ਰਸਤਾ ਘਰ ਜਿਹਾ ਜਾਪ ਰਿਹਾ ਸੀ। ਇਹ ਮਹਿਲ ਕਦੀ ਕਿਸੇ ਜ਼ਮਾਨੇ ਨਗਰ ਦੀ ਵਸੋਂ ਤੋਂ ਦੂਰ ਇੱਕ ਪਹਾੜੀ ਦੀ ਚੋਟੀ 'ਤੇ ਬਣਿਆ ਸੀ, ਜਿੱਥੋਂ ਹੇਠਾਂ ਵਸਦਾ ਨਗਰ ਵੀ ਦਿਸਦਾ ਸੀ ਤੇ ਵਗਦਾ ਦਰਿਆ ਵੀ ਤੇ ਖੇਤਾਂ ਦੀ ਹਰਿਆਲੀ ਵੀ। ਪਰ ਮਹਿਲਾਂ ਵਾਲੇ ਜਦੋਂ ਤਾਕਤਾਂ ਹੰਢਾ ਚੁੱਕੇ ਤਾਂ ਗੁਜ਼ਾਰੇ ਲਈ ਵੱਡੇ ਸ਼ਹਿਰਾਂ ਵੱਲ ਚਲੇ ਗਏ ਤੇ ਇਹੋ ਜਿਹੇ ਪੁਰਾਣੇ ਮਹਿਲ ਸਿਰਫ ਵੇਲੇ ਦੀ ਝੰਬ ਨਾਲ ਖੰਡਰ ਬਣਨ ਜੋਗੇ ਰਹਿ ਗਏ। ਅਜਿਹੀਆਂ ਪਸਿੱਤੀਆਂ ਤੇ ਅੱਖਾਂ ਸਾਹਮਣੇ ਉੱਜੜਨ ਵਾਲੀਆਂ ਥਾਵਾਂ ਅਕਸਰ ਹੌਲੀ-ਹੌਲੀ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਦਾ ਵਿਸ਼ਾ ਬਣ ਜਾਂਦੀਆਂ ਹਨ। ਇਹ ਮਹਿਲ ਵੀ ਭੂਤਾਂ ਦੇ ਵਸੇਬੇ ਦੀ ਇੱਕ ਕਥਾ ਸੀ, ਇਸ ਲਈ ਕੋਈ ਨਗਰ ਵਾਲਾ ਏਡੀ ਚੜ੍ਹਾਈ ਚੜ੍ਹ ਕੇ ਫਿਰਨ ਤੁਰਨ ਦੇ ਸ਼ੌਕ ਵੀ ਇੱਧਰ ਨਹੀਂ ਸੀ ਆਉਂਦਾ। ਪਰ ਇਹ ਦੂਰ ਦੂਰ ਦੀ ਝਾਕ ਰੱਖਣ ਵਾਸਤੇ ਰਾਜੂ ਨੂੰ ਆਪਣੇ ਪੜਾਅ ਲਈ ਬਹੁਤ ਚੰਗਾ ਜਾਪਿਆ ਸੀ ਤੇ ਹੁਣ ਦਲ ਵਿੱਚ ਰਤਨਾ ਤੇ ਬਾਂਕੀ ਦੇ ਹੋਣ ਕਾਰਨ ਹੋਰ ਵੀ ਠੀਕ ਲੱਗਾ ਸੀ। ਸੋ ਕੱਲ੍ਹ ਤੋਂ ਇੱਥੇ ਉਹਨਾਂ ਸਾਰਿਆਂ ਦਾ ਪੜਾਅ ਸੀ। ਰਾਜੂ ਨੂੰ ਸਾਥੀਆਂ ਦੇ ਅਲਸਾਹ ਨਾਲ ਦੇਰ ਹੁੰਦੀ ਜਾਪੀ ਤੇ ਉਹ ਜਦੋਂ ਪਰੇਸ਼ਾਨ ਹੋਣ ਲੱਗਾ ਤਾਂ ਬਿਕਰਮ ਕੋਲੋਂ ਰਿਹਾ ਨਹੀਂ ਗਿਆ। ਭਾਵੇਂ ਗੋਬਿੰਦ ਨੇ ਅਜੇ ਦੜਵੱਟੀ ਹੋਈ ਸੀ, ਪਰ ਬਿਕਰਮ ਬੋਲ ਪਿਆ, ਦਾਊ, ਅਸੀਂ ਕਿਤੇ ਨਹੀਂ ਜਾਣਾ, ਕਦੀ ਕਦੀ ਭਗਵਾਨ ਖੁਦ ਚੱਲ ਕੇ ਆ ਜਾਂਦੇ ਆ, ਉਹਨਾਂ ਦੇ ਕੋਲ ਜਾਣਾ ਨਹੀਂ ਪੈਂਦਾ। ਤੇ ਬਿਕਰਮ ਨੇ ਇੱਕ ਕੋਠੜੀ ਦੇ ਨਾਲ ਲੱਗਦੇ ਪਸਾਰ ਜਿਹੇ 'ਚ ਇੱਕ ਉੱਚੀ ਥਾਂ ਧੋ ਕੇ ਰੱਖੀ ਭਗਵਾਨ ਦੀ ਮੂਰਤੀ ਰਾਜੂ ਨੂੰ ਵਿਖਾਈ। ਰਾਜੂ ਜ਼ੋਰ ਦੀ ਹੱਸ ਪਿਆ, ਪਰ ਸਮਝ ਗਿਆ, ਆਖਣ ਲੱਗਾ, ਤਾਂ ਰਾਤੀ ਤੁਸੀਂ ਮੰਦਰ ਵਿੱਚੋਂ ਮੂਰਤੀ ਚੁੱਕ ਲਿਆਂਦੀ। ਤੇ ਅੱਜ ਰਾਜੂ ਦੇ ਮੋਢਿਆਂ ਉੱਤੇ ਕਾਲੇ ਜਿਹੇ ਕੰਬਲ ਦੀ ਥਾਂ ਇੱਕ ਸਿਲਕ ਦਾ ਦੁਸ਼ਾਲਾ ਸੀ ਜੋ ਮੂਰਤੀ ਸਾਹਮਣੇ ਉਹਨੇ ਰਤਨਾ ਦੀ ਮਾਂਗ 'ਚ ਸੰਧੂਰ ਭਰਦਿਆਂ ਰਤਨਾ ਦੇ ਮੋਢਿਆਂ 'ਤੇ ਦੇ ਦਿੱਤਾ। ਰਤਨਾ ਨੇ ਫੁੱਲਾਂ ਦਾ ਹਾਰ ਰਾਜੂ ਦੇ ਗਲ 'ਚ ਪਾ ਦਿੱਤਾ ਤੇ ਰਾਜੂ ਨੂੰ ਪ੍ਰਣਾਮ ਕੀਤੀ। ਆਖਿਆ, ਇਹ ਪ੍ਰਣਾਮ ਮੈਂ ਸਿਰਫ ਸੰਸਕਾਰਾਂ 'ਚੋਂ ਨਹੀਂ ਕਰ ਰਹੀ, ਰੱਬ ਜੀ ਸ਼ਕਤੀ ਰੱਖਣ ਵਾਲੇ ਇਨਸਾਨ ਨੂੰ ਕਰ ਰਹੀ ਹਾਂ ਜੋ ਮੇਰੀ ਮੌਤ ਤੋਂ ਬਿਨਾਂ
ਮੇਰਾ ਜੀਵਨ ਬਦਲ ਸਕਦਾ ਹੈ। ਗੋਬਿੰਦ ਬੰਸਰੀ ਵਜਾਉਂਦਾ ਰਿਹਾ। ਰਾਜੂ ਨੇ ਭਗਵਾਨ ਦੀ ਮੂਰਤੀ ਅੱਗੇ ਹੱਥ ਜੋੜੇ ਤੇ ਆਖਿਆ, ਹੇ ਭਗਵਾਨ, ਸਾਡੇ ਮਨ ਦਾ ਸੱਚ ਹੀ ਹਵਨ ਅਗਨੀ ਹੈ ਤੇ ਉਹੀ ਸਾਡੇ ਵੇਦ ਮੰਤਰ। ਪਿੰਡ ਵਿੱਚ ਹਾਲ ਪਾਰਿਆ ਜਿਹੀ ਪੈ ਗਈ। ਤੜਕਸਾਰ ਇੱਕ ਮੁਸਾਫਰ ਰਾਹੋਂ ਲੰਘਦਾ ਪਹਾੜੀ ਦੇ ਮੰਦਰ 'ਚ ਗਿਆ ਸੀ ਤੇ ਉੱਥੇ ਮੂਰਤੀ ਨੂੰ ਨਾ ਵੇਖ ਕੇ ਉਹ ਕਿਸੇ ਅਣਜਾਣੇ ਖੌਫ ਦਾ ਭਰਿਆ ਹੇਠਲੇ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਸੁੱਤਿਆਂ ਜਗਾ ਕੇ ਦੱਸਦਾ ਰਿਹਾ, ਪਿੰਡ ਉੱਤੇ ਕੋਈ ਸਾੜ ਸਤੀ ਆਉਣ ਵਾਲੀ ਹੈ। ਪਹਾੜੀ ਵਾਲੇ ਮੰਦਰ 'ਚੋਂ ਮੂਰਤੀ ਗਾਇਬ ਹੋ ਗਈ ਹੈ। ਪਿੰਡ ਦੇ ਬੂਹੇ ਘਬਰਾ ਕੇ ਖੁੱਲ੍ਹਦੇ ਰਹੇ ਤੇ ਚਾਟੀਆਂ ਮਧਾਣੀ ਦੀ ਉਡੀਕ ਵਿੱਚ ਬੁੱਸਣ ਲੱਗੀਆਂ। ਔਰਤਾਂ ਵਾਂਗ ਪਿੰਡ ਦੇ ਮਰਦ ਵੀ ਘਬਰਾਏ ਹੋਏ ਸਨ ਤੇ ਉਹਨਾਂ ਦੀਆਂ ਖਲੋਤੀਆਂ ਪੈਲੀਆਂ ਉਹਨਾਂ ਨੂੰ ਸੁੱਕਦੀਆਂ ਦਿਸ ਰਹੀਆਂ ਸਨ। ਪਿੰਡ ਦੇ ਠੰਡਿਆਂ ਚੁੱਲ੍ਹਿਆਂ 'ਚੋਂ ਕਈ ਤੱਤੀਆਂ ਕਹਾਣੀਆਂ ਜਾਗਣ ਲੱਗ ਪਈਆਂ। ਕੋਈ ਆਖੇ ਕਿਸੇ ਨੇ ਮੂਰਤੀ ਦੇ ਨੱਕ 'ਚੋਂ ਮੋਤੀ ਚੁਰਾਇਆ ਸੀ ਤਾਂ ਸਾਰਾ ਪਿੰਡ ਹੀ ਹੜ੍ਹਾਂ 'ਚ ਢਹਿ ਗਿਆ ਸੀ। ਹੁਣ ਤਾਂ ਮੂਰਤੀ ਅਲੋਪ ਹੋ ਗਈ। ਪਿੰਡ ਦੇ ਮਰਦ ਡਰ ਰਹੇ ਸਨ ਕਿ ਉਹਨਾਂ ਦਾ ਰੱਬ ਉਹਨਾਂ ਤੋਂ ਰੁੱਸ ਕੇ ਕਿਤੇ ਤੁਰ ਗਿਆ। ਪਿੰਡ ਦੇ ਠੇਕੇਦਾਰ ਨੇ ਪੰਚਾਇਤ ਜੋੜੀ, ਸਲਾਹ ਮਸ਼ਵਰਾ ਕੀਤਾ। ਇਹ ਵੀ ਸੋਚਿਆ ਕਿ ਜੇ ਸਾਰੇ ਪਿੰਡ ਨੇ 4-8 ਆਨੇ ਮਹੀਨੇ ਦੇ ਜੋੜ ਕੇ ਮੰਦਰ 'ਚ ਕੋਈ ਪੁਜਾਰੀ ਰੱਖਿਆ ਹੁੰਦਾ ਤਾਂ ਅੱਜ ਸਾਰਾ ਦੋਸ਼ ਪੁਜਾਰੀ ਨੂੰ ਦਿੰਦੇ। ਹੁਣ ਉਹ ਕਿਹਦੇ ਕੋਲੋਂ ਕੀ ਪੁੱਛਣ ਤੇ ਕਿਹਨੂੰ ਜਾ ਕੇ ਕੀ ਦੱਸਣ। ਪਿੰਡ ਦੀਆਂ ਮੱਝਾਂ ਅੜਾਂਦੀਆਂ ਰਹੀਆਂ। ਲੋਕ ਉਹਨਾਂ ਨੂੰ ਪੱਠੇ ਪਾਣਾ ਵੀ ਭੁੱਲ ਗਏ। ਨਿੱਕੇ ਨਿੱਕੇ ਬਾਲ ਬਹੀ ਖਾ ਕੇ ਬਹਿ ਗਏ। ਕਿਸੇ ਨੂੰ ਚੁੱਲ੍ਹੇ ਅੱਗ ਬਲਣ ਦਾ ਧਿਆਨ ਨਹੀਂ ਸੀ। ਚੰਗੀ ਦੁਪਹਿਰ ਹੋ ਗਈ ਤਾਂ ਘਬਰੇ ਲੋਕਾਂ ਨੇ ਫੈਸਲਾ ਕੀਤਾ ਕਿ ਸਾਰੇ ਦਾ ਸਾਰਾ ਪਿੰਡ ਮੰਦਰ 'ਚ ਜਾ ਕੇ ਪ੍ਰਾਰਥਨਾ ਕਰੇ ਤੇ ਭਗਵਾਨ ਕੋਲੋਂ ਆਪਣੀ ਭੁੱਲ ਬਖਸ਼ਵਾਵੇ। ਪਹਾੜੀ ਦੀ ਚੜ੍ਹਾਈ ਵੀ ਚੰਗੀ ਚੋਖੀ ਸੀ, ਪਰ ਇੰਨੀ ਨਹੀਂ ਕਿ ਪਿੰਡ ਵਾਲੇ ਸਾਹੋ ਸਾਹ ਹੋ ਜਾਂਦੇ। ਉਹਨਾਂ ਦੀ ਘਬਰਾਹਟ ਉਹਨਾਂ ਦੇ ਸਾਹਾਂ 'ਚ ਹੌਂਕਦੀ ਪਈ ਸੀ। ਪਰ ਆਖਰ ਚੜ੍ਹਾਈ ਮੁੱਕਣੀ ਸੀ, ਮੁੱਕ ਗਈ ਤੇ ਅੱਗੇ ਜੋ ਪਿੰਡ ਦੇ ਮੋਹਰੀ ਸਨ ਉਹ ਮੰਦਰ ਦੀਆਂ ਮੁਹਾਠਾਂ ਤੱਕ ਪਹੁੰਚੇ ਤਾਂ ਮੰਦਰ ਦੇ ਥੰਮਾਂ ਵਾਂਗ ਖਲੋਤੇ ਦੇ ਖਲੋਤੇ ਰਹਿ ਗਏ। ਅਜਿਹਾ ਚਮਤਕਾਰ ਉਹਨਾਂ ਨੇ ਤਾਂ ਕਦੇ ਸੁਣਿਆ ਸੀ ਨਾ ਵੇਖਿਆ ਸੀ। ਮੰਦਰ 'ਚ ਮੂਰਤੀ ਦੀ ਉਸੇ ਤਰ੍ਹਾਂ ਸਥਾਪਨਾ ਸੀ ਤੇ ਮੂਰਤੀ ਦੇ ਪੈਰਾਂ 'ਚ ਫੁੱਲਾਂ ਦਾ ਇੱਕ ਢੇਰ ਲੱਗਾ ਹੋਇਆ ਸੀ। ਕੁਝ ਪਲ ਇਹ ਚਮਤਕਾਰ ਜਿਹਾ ਜਰਨ 'ਚ ਲੱਗੇ, ਪਰ ਜਦੋਂ ਉਹਨਾਂ ਅੱਖਾਂ ਝਮਕ ਕੇ ਇਹਦੇ ਉੱਤੇ ਵਿਸ਼ਵਾਸ ਕਰ ਲਿਆ ਤਾਂ ਇੱਕੋ ਵਾਰਗੀ ਸ਼ਿਵਾ ਤੇ ਪਾਰਵਤੀ ਦੀ ਉਸਤਤ ਗਾਉਣ ਲੱਗ ਗਏ। ਫਿਰ ਮੂਰਤੀ ਦੇ ਪੈਰਾਂ ਨੂੰ ਛੂਹਣ ਲਈ ਅਗਾਂਹ ਹੋਏ ਤਾਂ ਫੁੱਲਾਂ ਦੇ ਪਾਸੇ ਨਾਲ ਸੱਜਰੀ ਮਠਿਆਈ ਦਾ ਢੇਰ ਉਹਨਾਂ ਲਈ ਫਿਰ ਅਚੰਭਾ ਬਣ ਗਿਆ। ਮੰਦਰ ਵਿੱਚ ਲੋਕਾਂ ਨੇ ਫਿਰ ਕਈ ਵਾਰ ਪ੍ਰਸ਼ਾਦ ਚੜ੍ਹਾਏ, ਮੂੰਹ ਲਾਏ ਸਨ, ਪਰ ਕਰਾਮਾਤ ਦਾ ਪ੍ਰਸ਼ਾਦ ਕਦੇ ਨਹੀਂ ਸੀ ਮੂੰਹ ਲਾਇਆ ਤੇ ਪਿੰਡ ਦਾ ਇੱਕ ਜੀ ਇਸ ਪ੍ਰਸ਼ਾਦ ਦੇ ਭੋਰੇ ਲਈ ਵੀ ਹੱਥ ਅੱਡ ਕੇ ਖਲੋ ਗਿਆ। ਗੋਬਿੰਦ ਦੀ ਆਪਣੀ ਜ਼ਿੰਦਗੀ 'ਚ ਉਹਦੇ ਹੱਡੀ ਵਰਤਿਆ ਅਜਿਹਾ ਕੋਈ ਦੁੱਖ ਨਹੀਂ ਸੀ ਜਿਹਦੇ ਕਾਰਨ ਉਹਨੇ ਰਾਜੂ ਦੇ ਦੁੱਖ ਦਾ ਸਾਥ ਦਿੱਤਾ ਹੋਵੇ। ਉਹਨੇ ਰਾਜੂ ਨਾਲ ਮਨ ਦਾ ਮੋਹ ਸੀ, ਜਿਸ ਦੇ ਲਈ ਉਹ ਰਾਜੂ ਦੀਆਂ ਹੋਰ 2 ਬਾਹਾਂ ਬਣ ਗਿਆ ਸੀ ਤੇ ਗੋਬਿੰਦ ਨੇ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਰਾਵਾਂ ਦੀ ਰਾਖੀ 'ਚ ਰੱਖ ਦਿੱਤੀ ਸੀ ਤੇ ਰਾਜੂ ਦੀ ਸਾਰੀ ਜ਼ਮੀਨ ਦੀ ਵਾਹੀ ਵੀ ਉਹਨੇ ਆਪਣੇ ਭਰਾਵਾਂ ਦੇ ਜਿੰਮੇ ਲਾਤੀ ਸੀ। ਵਰੇ 'ਚ ਉਹ 2 ਵਾਰੀ ਭੇਸ ਵਟਾ ਕੇ ਆਪਣੇ ਪਿੰਡ ਜਾਂਦਾ ਸੀ ਤੇ ਹਰ ਸੌਣੀ ਤੇ ਹਰ ਹਾੜੀ ਨੂੰ ਭਰਾਵਾਂ ਕੋਲੋਂ ਹਿੱਸੇ ਦੀ ਰਕਮ ਲੈ ਆਉਂਦਾ ਸੀ, ਜਿਹਦੇ ਨਾਲ ਰਾਜੂ ਦੇ ਸਾਰੇ ਸਾਥੀਆਂ ਦਾ ਗੁਜ਼ਾਰਾ ਟੁਰਦਾ ਸੀ। ਇੱਕ ਵਾਰ ਗੋਬਿੰਦ ਦੇ ਇੱਕ ਭਰਾ ਨੇ ਹਾਸੇ 'ਚ ਕਿਹਾ ਸੀ, ਜੇ ਭਲਾ ਮੇਰੇ ਮਨ ਵਿੱਚ ਚੋਰ ਆ ਜਾਏ, ਮੈਂ ਇੱਕ ਦਿਨ ਪੁਲਿਸ ਨੂੰ ਤੇਰੇ ਪਿੱਛੇ ਲਾ ਦਿਆਂ, ਤੁਸੀਂ ਸਾਰੇ ਬੰਨੇ ਜਾਓ ਤੇ ਮੈਂ ਸਾਰੀ ਜ਼ਮੀਨ ਉੱਤੇ ਕਬਜ਼ਾ ਕਰ ਲਵਾਂ ਤਾਂ ਤੂੰ ਕੀ ਕਰ ਸਕਦਾ ਹੈ? ਤੇ ਅੱਗੇ ਗੋਬਿੰਦ ਨੇ ਵੀ ਹੱਸ ਕੇ ਆਖਿਆ ਸੀ, ਜੇ ਤੇਰੇ ਮਨ 'ਚ ਚੋਰ ਆ ਜਾਏ ਤਾਂ ਭਰਾ ਦਾ ਸਾਕ ਤਾਂ ਟੁੱਟ ਹੀ ਜਾਏਗਾ। ਫਿਰ ਮੈਂ ਤੇ ਮੇਰੀ ਸਾਥੀ ਪਹਿਲੇ ਤੈਨੂੰ ਵੱਢਾਂਗੇ, ਫਿਰ ਪੁਲਿਸ ਦੇ ਹੱਥ ਆਵਾਂਗੇ। ਤੇ ਉਸ ਦਿਨ ਜਿਵੇਂ ਗੋਬਿੰਦ ਨੇ ਆਖਿਆ ਸੀ, ਇਤਬਾਰ ਦੇ ਵੱਟੇ ਇਤਬਾਰ, ਉਹੀ ਇਤਬਾਰ ਵਾਲਾ ਸਬੰਧ ਤੁਰਦਾ ਆ ਰਿਹਾ ਸੀ। ਪਰ ਰਾਜੂ ਦੇ ਬਾਕੀ 3 ਸਾਥੀ ਕਿਸੇ ਆਪਣੀ ਗਰਜ਼ ਨਾਲ ਨਹੀਂ, ਰਾਜੂ ਦੇ ਦੁੱਖ ਨੂੰ ਆਪਣਾ ਦੁੱਖ ਜਾਣ ਕੇ ਜੁੜੇ ਸਨ। ਤਾਂ ਵੀ ਉਹਨਾਂ ਦੀ ਜ਼ਿੰਦਗੀ ਦੀਆਂ ਆਪਣੀਆਂ ਪੀੜਾਂ ਉਹਨਾਂ ਦੇ ਮਨ ਦਾ ਹਿੱਸਾ ਸਨ ਤੇ ਉਸੇ ਮਨ ਸਦਕਾ ਉਹਨਾਂ ਨੇ ਰਾਜੂ ਦਾ ਮਨ ਪਛਾਣਿਆ ਸੀ। ਉਹਨਾਂ ਪਿੱਛੋਂ ਜੋ ਬਿਕਰਮ ਸੀ ਉਹ ਪਿੰਡ ਦਾ ਨਹੀਂ, ਸ਼ਹਿਰ ਦਾ ਜੰਮਪਲ ਸੀ। ਪਰ ਉਹਦੇ ਪਿਓ ਨੇ ਜਦੋਂ ਬੁੱਢੀ ਉਮਰੇ ਇੱਕ ਜਵਾਨ ਜਿਹੀ ਔਰਤ ਨਾਲ ਵਿਆਹ ਕਰ ਲਿਆ ਤਾਂ ਉਹਦੇ ਮਰਨ ਪਿੱਛੋਂ ਉਹਨੂੰ ਪਤਾ ਲੱਗਾ ਕਿ ਪਿਓ ਨੇ ਸਾਰਾ ਵਿਰਸਾ ਉਸ ਔਰਤ ਦੇ ਨਾਂ ਲਿਖਿਆ ਸੀ। ਨਾ ਕੁਝ ਪਹਿਲੀ ਔਰਤ ਜੋਗਾ ਸੀ ਤੇ ਨਾ ਪੁੱਤਰ ਜੋਗਾ। ਬਿਕਰਮ ਉਦੋਂ ਰੋਟੀ ਕਮਾਉਣ ਜੋਗਾ ਨਹੀਂ ਸੀ। ਉਹਨੇ ਆਪਣੀ ਮਾਂ ਨੂੰ ਜਿਵੇਂ ਰੋਂਦਿਆਂ ਤੇ ਰੁਲਦਿਆਂ ਵੇਖਿਆ। ਉਹਦੀ ਮੌਤ ਪਿੱਛੋਂ ਅਸਲੋਂ ਵਿਰਾਗਿਆ ਗਿਆ। ਉਹਦਾ ਜਿਉਣ ਦਾ ਜਿਵੇਂ ਮਕਸਦ ਹੀ ਮਰ ਗਿਆ ਸੀ। ਤੇ ਸ਼ਹਿਰ ਦੀ ਮੰਡੀ ਵਿੱਚ ਫਸਲ ਵੇਚਣ ਗਏ ਹੋਏ ਰਾਜੂ ਨਾਲ ਜਦੋਂ ਉਹਦਾ ਮੇਲ ਹੋਇਆ, ਉਹੀਓ ਮੇਲ ਉਹਦੀ ਮਿੱਤਰਤਾ ਬਣ ਗਿਆ ਸੀ।
ਦੂਜਾ ਲੋਕੀ ਉਹਨੂੰ ਲੋਕਨਾਥ ਦੀ ਥਾਂ ਰਾਜੂ ਪਿਆਰ ਨਾਲ ਲੋਕੀ ਆਖਦਾ ਸੀ। ਉਹ ਬੜਾ ਸੋਹਣਾ ਪਰ ਬੜਾ ਯਤੀਮ ਲੜਕਾ ਸੀ। ਬੜਾ ਛੋਟਾ ਸੀ ਜਦੋਂ ਉਹਨੂੰ ਯਾਦ ਹੈ ਉਹ ਮਾਂ ਪਿਓ ਦੇ ਨਾਲ ਹਰਿਦੁਆਰ ਗਿਆ ਸੀ ਅਤੇ ਉੱਥੇ ਇੱਕ ਰਾਤ ਉਹਦੇ ਪਿਓ ਨੂੰ ਇੱਕ ਗੈਬੀ ਪੀੜ ਉੱਠੀ ਸੀ ਅਤੇ ਉਹ ਘੰਟਿਆਂ 'ਚ ਤੜਫ ਕੇ ਮਰ ਗਿਆ ਸੀ। ਪਿੱਛੋਂ ਉਹਦੀ ਮਾਂ ਨੇ ਜਦੋਂ ਦੂਜਾ ਵਿਆਹ ਕੀਤਾ ਤਾਂ ਉਸ ਬੜੇ ਅਮੀਰ ਪਿਓ ਦੇ ਘਰ ਰਹਿੰਦਿਆਂ ਇੱਕ ਦਿਨ ਉਹਨੂੰ ਪਤਾ ਲੱਗ ਗਿਆ ਕਿ ਉਹਦੇ ਪਿਓ ਨੂੰ ਉਹਦੀ ਮਾਂ ਨੇ ਜ਼ਹਿਰ ਦੇ ਕੇ ਮਾਰਿਆ ਸੀ ਅਤੇ ਦੂਜਾ ਵਿਆਹ ਉਹਦਾ ਪਹਿਲੋਂ ਮਿੱਥਿਆ ਹੋਇਆ ਵਿਆਹ ਸੀ, ਜਿਹਦੇ ਲਈ ਇਸ ਦੂਜੇ ਆਦਮੀ ਨੂੰ ਜ਼ਹਿਰ ਵੀ ਮੰਗਵਾ ਕੇ ਦਿੱਤਾ ਸੀ। ਹਰਿਦੁਆਰ ਜਾਣ ਦਾ ਖਰਚ ਵੀ ਅਤੇ ਪਿੱਛੋਂ ਲਾਸ਼ ਨੂੰ ਬੰਨੇ ਲਾਉਣ ਲਈ ਵੀ ਉਹਨੇ ਆਪਣੇ ਆਦਮੀ ਨੇੜੇ ਤੇੜੇ ਰੱਖੇ ਸੀ। ਅਤੇ ਲੋਕੀ ਯਤੀਮ ਬੱਚਿਆਂ ਵਾਂਗ ਯਤੀਮ ਨਹੀਂ ਸੀ ਹੋਇਆ। ਉਹਦੀ ਜਿਉਂਦੀ ਮਾਂ ਉਹਦੀਆਂ ਨਜ਼ਰਾਂ 'ਚ ਮੋਇਆਂ ਤੋਂ ਵੱਧ ਮਰ ਗਈ ਸੀ। ਉਹ ਹਰਿਦੁਆਰ ਜਾ ਕੇ ਸਾਧ ਹੋਣ ਲਈ ਘਰੋਂ ਨਿਕਲਿਆ ਹੋਇਆ ਸੀ ਜਦੋਂ ਇੱਕ ਸਰਾਂ 'ਚ ਉਹ ਗੋਬਿੰਦ ਨੂੰ ਮਿਲਿਆ ਸੀ। ਅਤੇ ਤੀਜਾ ਲਛਮਣ ਸੀ ਜੋ ਮਾਂ ਪਿਓ ਦੀ ਮੌਤ ਪਿੱਛੋਂ ਆਪਣੀ ਛੋਟੀ ਭੈਣ ਦੀ ਮਾਂ ਵੀ ਬਣਿਆ ਸੀ ਅਤੇ ਪਿਓ ਵੀ, ਅਤੇ ਜਿਹਨੇ ਆਪਣੇ ਜ਼ਮੀਨ ਗਹਿਣੇ ਪਾ ਕੇ ਇੱਕ ਚੰਗੇ ਵੱਡੇ ਘਰ 'ਚ ਆਪਣੀ ਭੈਣ ਵਿਆਹੀ ਸੀ। ਪਰ ਉਹਨੇ ਘਰ ਵੇਚ ਕੇ ਜੋ ਵੀ ਕੁਝ ਭੈਣ ਨੂੰ ਦਿੱਤਾ ਸੀ ਉਹ ਉਹਦੇ ਸਹਾਂਦੜਾਂ ਦੀ ਨਜ਼ਰ 'ਚ ਬੜਾ ਤੁੱਛ ਸੀ। ਅਤੇ ਥੋੜ੍ਹੇ ਜਿਹੇ ਮਹੀਨਿਆਂ ਵਿੱਚੋਂ ਉਹਨਾਂ ਚੰਗੇ ਵੱਡੇ ਘਰ ਵਾਲਿਆਂ ਨੇ ਉਹਨੂੰ ਖਬਰ ਦਿੱਤੀ ਸੀ ਕਿ ਸਟੋਵ ਉੱਤੇ ਰੋਟੀ ਪਕਾਉਂਦਿਆਂ ਉਹਦੀ ਧੋਤੀ ਨੂੰ ਅੱਗ ਲੱਗ ਗਈ ਸੀ, ਜਿਹਦੇ ਨਾਲ ਉਹ ਹਸਪਤਾਲ 'ਚ ਮਰ ਗਈ। ਸ਼ਹਿਰ ਪਿੰਡ ਦੋਹਾਂ ਨੂੰ ਖਬਰ ਸੀ ਕਿ ਉਹਦੀ ਧੋਤੀ ਨੂੰ ਅੱਗ ਕਿਉਂ ਲੱਗੀ ਸੀ ਅਤੇ ਉਸ ਬਲਦੀ ਅੱਗ ਨਾਲ ਇਹ ਲਛਮਣ ਜਿਵੇਂ ਹਮੇਸ਼ਾ ਲਈ ਬੁਝ ਗਿਆ। ਇਹਨੂੰ ਰਾਜੂ ਨੇ ਦਰਿਆ 'ਚ ਆਤਮਘਾਤ ਕਰਦਿਆਂ ਬਚਾਇਆ ਸੀ ਅਤੇ ਉਸ ਦਿਨ ਤੋਂ ਇਹ ਰਾਜੂ ਦਾ ਸਾਥੀ ਸੀ। ਇਹਨਾਂ ਸਾਰਿਆਂ ਦੇ ਗੁਜ਼ਾਰੇ ਦਾ ਸਾਧਨ ਉਹ ਸੀ ਜੋ ਗੋਬਿੰਦ ਵਰ੍ਹੇ 'ਚ ਹਾੜੀ ਅਤੇ ਸਾਉਣੀ ਦਾ ਹਿੱਸਾ ਲਿਆਉਂਦਾ ਸੀ, ਪਰ ਉਹ ਘੋੜੇ ਅਤੇ ਅਸਲਾ ਖਰੀਦਣ ਲਈ ਪੂਰਾ ਨਹੀਂ ਸੀ ਪੈਂਦਾ। ਸਾਰਿਆਂ ਨੇ ਅੱਗ ਦਾ ਸਾਖੀ ਪ੍ਰਣ ਕੀਤਾ ਹੋਇਆ ਸੀ ਕਿ ਜਿਸ ਦਿਨ ਉਹਨਾਂ ਦੇ ਹੱਥੋਂ ਪੰਨਾ ਡਾਕੂ ਮਰ ਜਾਏਗਾ ਉਸੇ ਦਿਨ ਹੱਥਾਂ ਵਿੱਚੋਂ ਹਥਿਆਰ ਸੁੱਟ ਦੇਣਗੇ। ਪਰ ਜੇ ਸਾਰਿਆਂ ਨੂੰ ਹਥਿਆਰਾਂ ਦੀ ਲੋੜ ਸੀ, ਜਿਹਦੇ ਲਈ ਉਹ ਕਦੀ ਕੁਝ ਉਹਨਾਂ ਲੋਕਾਂ ਕੋਲੋਂ ਧਮਕਾ ਕੇ ਖੋਹ ਲੈਂਦੇ ਸਨ ਜਿਨ੍ਹਾਂ ਕੋਲ ਲੋੜੋਂ ਬਹੁਤ ਕੁਝ ਹੁੰਦਾ ਸੀ, ਅਤੇ ਕਦੇ ਕਿਸੇ ਵਿਆਹ ਲਈ ਢੋਈ ਵਰੀ ਦਾ ਗਹਿਣਾ ਲੱਤਾ ਹੁੰਦਾ ਸੀ ਜਾਂ ਕਿਸੇ ਸੋਨੇ ਚਾਂਦੀ ਦੇ ਵਪਾਰੀ ਦਾ ਕੁਝ ਮਾਲ। ਪੰਨੇ ਡਾਕੂ ਨਾਲ ਇਹਨਾਂ ਦੀ 2 ਵਾਰਾਂ ਭੇੜ ਹੋਈ ਸੀ ਅਤੇ ਪਹਿਲੀ ਵਾਰ ਤਾਂ ਉਹ ਮਾੜਾ ਜਿਹਾ ਜ਼ਖਮੀ ਹੋ ਕੇ ਇਹਨਾਂ ਦੇ ਹੱਥੋਂ ਨਿਕਲ ਗਿਆ ਸੀ ਅਤੇ ਦੂਜੀ ਵਾਰ ਇਹਨਾਂ ਦੇ ਅਸਲੋਂ ਹੱਥ ਆ ਕੇ ਰਤਨਾਂ ਦਾ ਪਤਾ ਪੁੱਛਣ ਵੇਲੇ। ਹਾਂ, ਪਹਿਲੀ ਵਾਰ ਵੀ ਅਤੇ ਦੂਜੀ ਵਾਰ ਵੀ ਜ਼ਰੂਰ ਹੋਇਆ ਸੀ ਕਿ ਜਿਨ੍ਹਾਂ ਘਰਾਂ ਉੱਤੇ ਡਾਕੇ ਦਾ ਮੰਤਵ ਧਾਰ ਕੇ ਉਹ ਆਇਆ ਸੀ, ਇਹਨਾਂ ਨਾਲ ਟੱਕਰ ਹੋ ਜਾਣ ਕਰਕੇ ਉਹਨੂੰ ਪਿਛਾਂਹ ਪਰਤਣਾ ਪਿਆ ਸੀ ਅਤੇ ਦੋਵੇਂ ਵਾਰਾਂ ਉਹ ਘਰ ਬਚ ਗਏ ਸਨ, ਜਿਸ ਤੋਂ ਕੁਝ ਪਿੰਡਾਂ ਦੇ ਲੋਕ ਰਾਜੂ ਨੂੰ ਰਾਜ ਬਹਾਦਰ, ਰਾਜਾ ਰਾਣ ਅਤੇ ਰਾਜ ਰੌਕਾ ਕਹਿਣ ਲੱਗ ਪਏ ਸਨ ਅਤੇ ਪਿੰਡਾਂ 'ਚ ਪੰਨੇ ਡਾਕੂ ਦਾ ਸਹਿਮ ਘਟ ਗਿਆ ਸੀ। ਇਹਨਾਂ 3 ਵਰ੍ਹਿਆਂ ਦੀ ਉਖੜੀ ਜ਼ਿੰਦਗੀ 'ਚ ਅੱਜ ਰਾਜੂ ਅਤੇ ਰਤਨਾ ਦੇ ਵਿਆਹ ਦਾ ਇਹ ਪਹਿਲਾ ਦਿਨ ਸੀ ਜਿਹਨੂੰ ਉਹ ਰੱਜ ਕੇ ਮਨਾ ਲੈਣਾ ਚਾਹੁੰਦੇ ਸਨ। ਕੋਈ ਸਾਧਨ ਨਹੀਂ ਸਨ, ਸਿਰਫ ਮਨ ਸਾਧਨ ਸਨ। ਰਾਤ ਹੋਈ, ਗੋਬਿੰਦ ਨੇ ਬੰਸਰੀ ਫੜ ਲਈ ਅਤੇ ਬਾਕੀ ਤਿੰਨਾਂ ਨੇ ਥਾਲੀਆਂ ਵਜਾ ਕੇ ਕਵਾਲੀ ਦਾ ਸਮਾਂ ਬੰਨਿਆ, ਜਿਹਦੇ 'ਚ ਅੱਜ ਦੀ ਖੁਸ਼ੀ ਸੀ, ਬੀਤੇ ਹੋਏ ਕੱਲ੍ਹ ਦਾ ਦਰਦ ਸੀ ਅਤੇ ਆਉਣ ਵਾਲੇ ਕੱਲ੍ਹ ਦੀ ਆਸ ਸੀ। अजी हम तो कव्वाली गाएंगे, अजी हम तो कव्वाली गाएंगे। एक रात भी है और रात नहीं, एक बात भी है और बात नहीं। घर मिलता नहीं इंसाफ यहाँ, हम उस दरगाह पे जाएंगे। अब होता है जो भी होने दो, सोती है दुनिया सोने दो। हम हाथों में बंदूक लिए उस बारी खुदा को जगाएंगे। एक दर्द भी है, एक कसक भी है, एक हुस्न भी है और इश्क भी है। अब कौन हिसाब किताब करे, क्या खोया है क्या पाएंगे। ਤੇ ਗੋਬਿੰਦ ਵਿੱਚ ਬੰਸਰੀ ਵਜਾਉਂਦਾ ਰਿਹਾ, ਵਿੱਚ ਸਾਥੀਆਂ ਦੇ ਬੋਲ ਚੁੱਕਦਾ ਰਿਹਾ। ਫਿਰ ਉਹਨੇ ਕਵਾਲੀ ਦਾ ਦੋਹਾ ਉਠਾਇਆ, अजी आज अपनी मौत से हमको कुछ फुर्सत मिली और देख बंदाए परवर हम आए हैं तेरी गली। साथिया ने बोल चुके, तू ही इस दुनिया में अपना है, तू ही इस दुनिया में अपना है। कुछ तेरी रज़ा भी पूछेंगे, कुछ हाले दिल भी सुनाएंगे। अजी हम तो कवाली गाएंगे, हम तो कवाली गाएंगे। ਬਾਂਕੀ ਮੁਜਰਿਆਂ ਦੇ ਮਾਹੌਲ 'ਚ ਪਲੀ ਸੀ ਅਤੇ ਪਤਾ ਨਹੀਂ ਆਸ਼ਕੀ ਦੇ ਕਿੰਨੇ 100 ਗੀਤ ਉਹਦੇ ਕੰਨਾਂ 'ਚ ਘੁਲੇ ਸਨ, ਤੱਤੇ ਸ਼ੋਕ ਅਤੇ ਸ਼ਰਾਬ ਵਿੱਚ ਭਿੱਜੇ ਹੋਏ। ਪਰ ਇਹ ਕਵਾਲੀ ਸੁਣਦਿਆਂ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ, ਜਿਵੇਂ ਉਮਰ ਦੀ ਤ੍ਰੇਹ ਪਿੱਛੋਂ ਅੱਜ ਉਹਨੇ ਇੱਕ ਪਹਾੜੀ ਨਦੀ ਦਾ ਠੰਡਾ ਪਾਣੀ ਮੂੰਹ ਨੂੰ ਲਾਇਆ ਹੋਵੇ। ਅਤੇ ਬਾਂਕੀ ਨੇ ਰਤਨਾ ਦਾ ਮਹਿੰਦੀ ਵਾਲਾ ਹੱਥ ਫੜ ਕੇ ਹੌਲੀ ਜਿਹੀ ਆਖਿਆ, ਬੀਬੀ ਮੈਨੂੰ ਨਹੀਂ ਸੀ ਪਤਾ ਦੁਨੀਆ 'ਚ ਚੰਗੇ ਲੋਕ ਵੀ ਹੁੰਦੇ ਨੇ। ਰਤਨਾ ਘੋੜਸਵਾਰੀ ਵੀ ਸਿੱਖਦੀ ਰਹੀ, ਬੰਦੂਕ ਚਲਾਉਣੀ ਵੀ, ਅਤੇ ਦਿਨ ਗੁਜ਼ਰਦੇ ਗਏ। ਉਹਨੂੰ ਆਪਣੇ ਉੱਤੇ ਕੁਝ ਵਿਸ਼ਵਾਸ ਆ ਗਿਆ।
ਤਾਂ ਉਹਦੇ ਨੂੰ ਉਡੀਕਣ ਲੱਗੇ ਜਦੋਂ ਇੱਕ ਦਿਨ ਉਹਦੀ ਬੰਦੂਕ ਸਿੱਧਾ ਪੰਨੇ ਦੀ ਛਾਤੀ ਵੱਲ ਤਣੀ ਹੋਏਗੀ। ਪਿਛਲੇ ਕਿੰਨੇ ਚਿਰ ਤੋਂ ਕਿਸੇ ਪਿੰਡ ਕਸਬੇ 'ਚ ਪੰਨੇ ਦੀ ਸੂਹ ਨਹੀਂ ਸੀ ਪਈ। ਲੋਕ ਕੁਝ ਚੈਨ ਨਾਲ ਵਸਦੇ ਪਏ ਸਨ। ਇਹਦੀ ਸਾਰਿਆਂ ਨੂੰ ਤਸੱਲੀ ਸੀ, ਪਰ ਪਿੰਡ ਵਾਲਿਆਂ ਦੇ ਕਿਆਸ ਵਾਂਗ ਉਹਨਾਂ ਦਾ ਵੀ ਕਿਆਸ ਸੀ ਕਿ ਅੱਜ ਕੱਲ੍ਹ ਪੰਨਾ ਦੂਰ ਸਮੁੰਦਰ ਦੇ ਕੰਢੇ ਚੋਰੀ ਦਾ ਮਾਲ ਉਤਰਵਾਉਣ ਲਈ ਗਿਆ ਹੋਇਆ ਸੀ ਤੇ ਕਿਸੇ ਵੀ ਦਿਨ ਉਹਨੇ ਨਵੇਂ ਕਸਬ ਤੋਂ ਅੱਕ ਕੇ ਪੁਰਾਣੇ ਕਸਬ 'ਤੇ ਆ ਜਾਣਾ ਸੀ। ਤੇ ਲੋਕ ਕਹਿੰਦੇ ਸਨ ਕਿ ਬੇੜੀਆਂ ਦੇ ਮਾਲ 'ਚ ਨਫਾ ਜ਼ਰੂਰ ਹੁੰਦਾ, ਪਰ ਕਈ ਵਾਰੀ ਉਹ ਅਫਸਰਾਂ ਦਾ ਜ਼ੋਰ ਪਵੇ ਤਾਂ ਪੁਲਿਸ ਵਾਲੇ ਮਾਲ ਦੀਆਂ ਭਾਰੀਆਂ ਬੇੜੀਆਂ ਰੁੜਾ ਦਿੰਦੇ ਆ। ਅਫਵਾਹਾਂ ਵਿੱਚ ਇਹ ਵੀ ਅਫਵਾਹ ਸੀ ਕਿ ਪਿਛਲੀ ਵਾਰ ਜਦੋਂ ਰਾਜੂ ਦੇ ਹੱਥੋਂ ਛੁੱਟ ਗਈ ਪੰਨੇ ਉੱਤੇ ਗੋਲੀ ਚਲਾਈ ਸੀ ਤਾਂ ਗੋਲੀ ਉਹਦੇ ਖੱਬੇ ਹੱਥ ਉੱਤੇ ਵੱਜੀ ਸੀ, ਜਿਸ ਤੋਂ ਉਹਦਾ ਖੱਬਾ ਹੱਥ ਬੇਕਾਰ ਹੋ ਗਿਆ ਸੀ ਤੇ ਇਸ ਲਈ ਉਹ ਚੋਰੀ ਦਾ ਮਾਲ ਢੋਣ ਦੇ ਕਸਬ 'ਚ ਚਲਾ ਗਿਆ ਸੀ। ਪਰ ਇੱਕ ਦਿਨ ਰਤਨਾ ਜਦੋਂ ਘੋੜ ਸਵਾਰੀ ਦੀ ਮੁਹਾਰਤ ਕਰਕੇ ਆਈ ਤਾਂ ਰਾਜੂ ਅੱਗੋਂ ਆਉਂਦੀ ਹੋ ਕੇ ਆਉਂਦਾ ਮਿਲਿਆ। ਆਖਣ ਲੱਗਾ, ਰਤਨਾ, ਅੱਜ ਐਸੀ ਦਾਵਤ 'ਤੇ ਜਾ ਰਹੇ ਹਾਂ, ਹੁਣੇ ਸਾਨੂੰ ਦਾਵਤਨਾਮਾ ਮਿਲਿਆ। ਰਤਨਾ ਸਮਝ ਗਈ ਕਿ ਪੁੱਛਣ ਲੱਗੀ, ਕਿੱਥੇ ਜਾਣਾ ਹੋਏਗਾ? ਪਿੰਡ ਦੇ ਮੇਲੇ 'ਚ। ਪਤਾ ਲੱਗਾ ਉਹ ਮੇਲੇ 'ਚ ਕੌਣ ਹੋਣ ਵਾਲਾ ਹੈ। ਇਹ ਦਾਵਤ ਲਫ਼ਜ਼ ਉਹਨਾਂ ਦੀ ਕਈ ਵਾਰੀ ਛਿੜਦੀ ਗੱਲ ਦਾ ਹਿੱਸਾ ਹੁੰਦਾ ਸੀ। ਜਦੋਂ ਰਤਨਾ ਪੁੱਛਦੀ ਹੁੰਦੀ ਸੀ, ਉਹ ਦਿਨ ਕਦੋਂ ਆਏਗਾ ਰਾਜੂ? ਕਦੋਂ ਦਾ ਰਾਜੂ ਆਖਦਾ ਹੁੰਦਾ ਸੀ, ਜਿਸ ਦਿਨ ਪੰਨੇ ਦੀ ਮੌਤ ਮੰਨੇ ਨੂੰ ਦਾਵਤ ਦੇਗੀ। ਤੇ ਰਾਜੂ ਨੇ ਸਾਥੀਆਂ ਨੂੰ ਇਕੱਠਿਆਂ ਕਰਕੇ ਸੋਚ ਲਿਆ ਕਿ ਉਹ ਸਾਰੇ ਸੁਦਾਗਰਾਂ ਦੇ ਵੇਸ ਵਿੱਚ ਜਾਣਗੇ। ਮੇਲੇ 'ਚ ਘੋੜੀਆਂ ਦੀ ਮੰਡੀ ਲੱਗਦੀ ਹੈ, ਸੋ ਉਹ ਬੱਚਿਆਂ ਦੇ ਸੁਦਾਗਰ ਹੋ ਕੇ ਆਪਣੇ ਘੋੜੇ ਵੀ ਨਾਲ ਲਿਜਾ ਸਕਣਗੇ ਤੇ ਖੁੱਲ੍ਹਿਆਂ ਚੋਗਿਆਂ ਹੇਠਾਂ ਆਪਣੀਆਂ ਬੰਦੂਕਾਂ ਵੀ। ਤੇ ਫਿਰ ਵੇਲਾ ਆਉਣ ਤੇ ਵੇਲਾ ਆਇਆ, ਪਰ ਅਸਲੋਂ ਸੰਝ ਪਈ ਜਦੋਂ ਮੇਲਾ ਕਰੀਬ ਖਿੰਡਣ ਲੱਗਾ ਸੀ। ਭਰੇ ਮੇਲੇ 'ਚੋਂ ਛਿੰਝਾਂ ਤਮਾਸ਼ੇ ਵੇਖਦੇ ਬੜੇ ਚੁਕੰਨੇ ਸਨ, ਪਰ ਕਿਤੇ ਕੁਛ ਨਹੀਂ ਸੀ ਵਾਪਰਿਆ। ਇੱਕ ਥਾਂ ਕੱਚ ਦੀਆਂ ਵੰਗਾਂ ਵਿਕਦੀਆਂ ਵੇਖ ਕੇ ਰਾਜੂ ਨੇ ਹੌਲੀ ਜਿਹੀ ਰਤਨਾ ਨੂੰ ਕਿਹਾ ਸੀ, ਵੰਗਾਂ ਖਰੀਦ ਲੈ। ਤਾਂ ਰਤਨਾ ਨੇ ਜਵਾਬ ਦਿੱਤਾ ਸੀ, ਇੱਕ ਦਿਨ ਜ਼ਰੂਰ ਪਾਵਾਂਗੀ, ਸ਼ਗਨ ਮਨਾਵਾਂਗੀ। ਪਰ ਬਾਅਦ ਵਿੱਚ ਤੇ ਉਹ ਬਾਅਦ ਦਾ ਵੇਲਾ ਇੱਕ ਅਜੀਬ ਸ਼ਕਲ 'ਚ ਆਇਆ। ਮੁੱਕਦੇ ਮੇਲੇ 'ਚ ਹਫੜਾ ਦਫੜੀ ਪੈ ਗਈ ਕਿ ਪਿੰਡ ਦੀ ਸ਼ਾਣੀ ਦੇ ਵੱਡੇ ਪੁੱਤਰ ਨੂੰ ਗੋਲੀ ਨਾਲ ਮਾਰ ਕੇ ਪੰਨਾ ਡਾਕੂ ਸ਼ਾਣੀ ਦੇ ਛੋਟੇ ਪੁੱਤਰ ਨੂੰ ਚੁੱਕ ਕੇ ਲੈ ਗਿਆ। ਸ਼ਾਣੀ ਮੇਲੇ 'ਚ ਉਹਨਾਂ ਨੂੰ ਹਾਲ ਪਾਰਿਆਂ ਪਾਉਂਦੀ ਦਿਸੀ, ਪਰ ਰਾਜੂ ਨੇ ਤੇ ਸਾਰੇ ਸਾਥੀਆਂ ਨੇ ਘੋੜਿਆਂ ਨੂੰ ਅੱਡੀ ਲਾ ਲਈ, ਜਿੱਧਰ ਪੰਨੇ ਦੇ ਘੋੜਿਆਂ ਦੀ ਧੂੜ ਉੱਡਦੀ ਦਿਸਦੀ ਸੀ। ਵਿੱਥ ਕੁਝ ਘਟ ਗਈ ਤਾਂ ਰਾਜੂ ਨੇ ਗੋਲੀ ਚਲਾ ਕੇ ਪੰਨੇ ਦਾ ਘੋੜਾ ਡੇਗ ਲਿਆ, ਜਿਸ ਤੇ ਉਹਦੇ ਦੂਜੇ ਸਾਥੀ ਉਹਨੂੰ ਘੋੜਾ ਦੇਣ ਲਈ ਰੁਕੇ। ਹੁਣ ਆਮੋ ਸਾਹਮਣੇ ਦੀ ਟੱਕਰ ਸੀ, ਪਰ ਪੰਨੇ ਨੇ ਮੇਲੇ 'ਚ ਚੁੱਕੇ ਹੋਏ ਬੱਚੇ ਨੂੰ ਆਪਣੇ ਸਾਹਮਣੇ ਕਰ ਲਿਆ, ਜਿਸ ਲਈ ਉਹਦੇ 'ਤੇ ਸਿੱਧੀ ਗੋਲੀ ਨਹੀਂ ਸੀ ਚਲਾਈ ਜਾ ਸਕਦੀ। ਉਹਦੀ ਪਿੱਠ ਵਾਲੇ ਪਾਸੇ ਉਹਦੇ ਸਾਥੀ ਸਨ ਤੇ ਇੱਕ ਭਿਆਨਕ ਦਿੱਖ ਸੀ। ਜਦੋਂ ਪੰਨਾ ਇੱਕ ਹੱਥ ਨਾਲ ਬੱਚੇ ਨੂੰ ਚੁੱਕ ਕੇ ਕਦੇ ਮੂੰਹ ਦੀ ਢਾਲ ਬਣਾ ਰਿਹਾ ਸੀ, ਕਦੇ ਛਾਤੀ ਦੀ, ਪਰ ਰਾਜੂ ਨੇ ਉਹਦੇ ਖੱਬੇ ਮੁੜੇ ਹੋਏ ਹੱਥ ਤੋਂ ਇਹ ਜ਼ਰੂਰ ਜਾਣ ਲਿਆ ਕਿ ਉਹਦੇ ਇਸ ਹੱਥ 'ਚ ਪਕੜ ਨਹੀਂ ਸੀ, ਉਹ ਬਾਂਹ ਦੇ ਜ਼ੋਰ ਉਹਨੂੰ ਕੁਝ ਵਰਤ ਰਿਹਾ ਸੀ। ਰਾਜੂ ਦੇ ਸਾਥੀਆਂ 'ਚ ਲੋਕੀ ਨੇ ਇੱਕ ਵਾਰੀ ਅੱਡੀ ਲਾ ਕੇ ਘੋੜੇ ਨੂੰ ਘੇਰੇ ਦੇ ਦੁਆਲੇ ਇੰਜ ਘੁਮਾਇਆ ਕਿ ਪਿੱਠ ਵਾਲੇ ਪਾਸਿਓਂ ਗੋਲੀ ਚਲਾ ਕੇ ਪੰਨੇ ਦੇ ਇੱਕ ਸਾਥੀ ਨੂੰ ਜ਼ਮੀਨ 'ਤੇ ਡੇਗ ਦਿੱਤਾ। ਘੇਰਾ ਕੁਝ ਟੁੱਟ ਜਿਹਾ ਗਿਆ। ਜਿਸ ਬੰਨੇ ਰਾਜੂ ਸੀ, ਜਿਸ ਬੰਨੇ ਪੰਨੇ ਨੇ ਆਪਣੇ ਬਚਾਅ ਲਈ ਬੱਚੇ ਨੂੰ ਕੀਤਾ ਸੀ, ਰਤਨਾ ਨੇ ਉਹਦੇ ਦੂਜੇ ਬੰਨੇ ਹੋ ਕੇ ਪੰਨੇ ਦੇ ਬੰਦੂਕ ਵਾਲੇ ਹੱਥ ਉੱਤੇ ਗੋਲੀ ਚਲਾਈ, ਜਿਹਦੇ ਤੋਂ ਤੜਫ ਕੇ ਬੱਚਾ ਉਹਦੇ ਹੱਥੋਂ ਛੁੱਟ ਗਿਆ ਤੇ ਰਾਜੂ ਨੇ ਬੱਚੇ ਨੂੰ ਖਿੱਚ ਕੇ ਆਪਣੇ ਘੋੜੇ 'ਤੇ ਪਾਉਂਦਿਆਂ ਘੋੜੇ ਨੂੰ ਅੱਡੀ ਲਾ ਲਈ। ਰਾਜੂ ਦੇ ਸਾਥੀਆਂ ਨੇ ਵੇਲਾ ਸੰਭਾਲਿਆ, ਪਰ ਪੰਨੇ ਦੇ ਸਾਥੀ ਜ਼ਖਮੀ ਪੰਨੇ ਨੂੰ ਤੇ ਇੱਕ ਜ਼ਖਮੀ ਸਾਥੀ ਨੂੰ ਲੈ ਕੇ ਨਿਕਲ ਜਾਣ ਲਈ ਵਾਹਉਦਾਈ ਗੋਲੀਆਂ ਚਲਾਉਣ ਲੱਗੇ, ਜਿਹਦੇ 'ਚੋਂ ਇੱਕ ਗੋਲੀ ਗੋਬਿੰਦ ਦੀ ਲੱਤ 'ਤੇ ਲੱਗੀ ਤੇ ਰਤਨਾ ਨੇ ਵੇਖਿਆ ਕਿ ਪੰਨੇ ਦਾ ਇੱਕ ਸਾਥੀ ਰਾਜੂ ਦਾ ਪਿੱਛਾ ਕਰ ਰਿਹਾ ਸੀ, ਜਿਸ ਲਈ ਉਹਨੇ ਇਸ਼ਾਰਾ ਕਰਕੇ ਆਪਣੇ ਸਾਥੀਆਂ ਨੂੰ ਪਿੱਛਾਂ ਪਿੰਡ ਵੱਲ ਮੁੜਨ ਲਈ ਕਿਹਾ। ਰਾਜੂ ਬਹੁਤ ਅੱਗੇ ਨਿਕਲ ਗਿਆ ਸੀ, ਇਸ ਲਈ ਪੰਨੇ ਦਾ ਸਾਥੀ ਪਿੱਛੇ ਆਉਂਦੇ ਰਾਜੂ ਦੇ ਸਾਥੀਆਂ ਦੀ ਆਵਾਜ਼ ਸੁਣ ਕੇ ਰਾਜੂ ਦੇ ਹੋਰ ਪਿੱਛੇ ਨਹੀਂ ਗਿਆ, ਪਟੜੀ ਤੋਂ ਇੱਕ ਪਾਸੇ ਹੇਠਾਂ ਵੱਲ ਲੈ ਗਿਆ। ਮੇਲਾ ਹੁਣ ਅਸਲੋਂ ਉਜਾੜ ਹੋ ਚੁੱਕਾ ਸੀ। ਸਿਰਫ ਕੁਝ ਲੋਕ ਸ਼ਾਣੀ ਦੇ ਪੁੱਤਰ ਦੀ ਲਾਸ਼ ਕੋਲ ਖਲੋਤੇ ਸਨ ਤੇ ਸ਼ਾਣੀ ਧਰਤੀ ਦੀ ਮਿੱਟੀ ਨਾਲ ਮਿੱਟੀ ਹੋਈ ਵਿਲਦੀ ਪਈ। ਰਾਜੂ ਨੇ ਉਹਦਾ ਬੱਚਾ ਉਹਦੇ ਕੋਲ ਜਾ ਖਲਵਾਇਆ, ਤਾਂ ਵੀ ਸ਼ਾਣੀ ਦੀਆਂ ਅੱਖਾਂ ਨੂੰ ਕਿੰਨਾ ਚਿਰ ਯਕੀਨ ਨਹੀਂ ਆਇਆ। ਲੋਕਾਂ ਨੇ ਰਾਜੂ ਨੂੰ ਉਹ ਪਰਚੀ ਵਿਖਾਈ ਜੋ ਪੰਘੂੜਾ ਝੂਟ ਦੇ ਬੱਚੇ ਨੂੰ ਲੈਣ ਲਈ ਪੰਘੂੜੇ ਦੇ ਕੋਲ ਖਲੋਤੀ ਸ਼ਾਣੀ ਨੂੰ ਪੰਨੇ ਡਾਕੂ ਨੇ ਫੜਾਈ ਸੀ, ਤੇ ਫਿਰ ਇੱਕ ਝਪੱਟੇ ਨਾਲ ਪੰਘੂੜੇ 'ਚ ਉਤਰਦੇ ਬੱਚੇ ਨੂੰ ਲੈ ਕੇ ਉਹ ਤੀਰ ਵਾਂਗ ਨਿਕਲ ਗਿਆ ਸੀ। ਇਹ ਪਰਚੀ ਚੀਕਾਂ ਮਾਰਦੀ ਸ਼ਾਣੀ ਦੇ ਹੱਥੋਂ ਲੈ ਕੇ ਲੋਕਾਂ ਨੇ ਪਿੱਛੋਂ ਪੜ੍ਹੀ ਸੀ ਕਿ ਪੰਨੇ ਡਾਕੂ ਨੇ ਬੱਚੇ ਨੂੰ ਮੋੜਨ ਦੀ 20,000 ਫਰੌਤੀ ਮੰਗੀ ਸੀ।
ਇਹ ਵੀ ਰਾਜੂ ਨੂੰ ਲੋਕਾਂ ਨੇ ਦੱਸਿਆ ਕਿ ਸ਼ਾਣੀ ਦੇ ਵੱਡੇ ਪੁੱਤਰ ਨੇ ਦੂਰ ਖਲੋਤਿਆਂ ਵੇਖਿਆ ਸੀ ਤੇ ਉਹ ਜਦੋਂ ਪੰਨੇ ਦੇ ਪਿੱਛੇ ਭੱਜਿਆ ਸੀ, ਪੰਨੇ ਨੇ ਉਹਦੇ ਉੱਤੇ ਗੋਲੀ ਚਲਾਈ ਸੀ। ਸ਼ਾਣੀ ਨੂੰ ਸੁਰਤ ਜਿਹੀ ਫਿਰੀ ਤਾਂ ਛੋਟੇ ਪੁੱਤਰ ਨੂੰ ਗਲ ਨਾਲ ਲਾ ਕੇ ਰੋਣ ਲੱਗ ਪਈ। ਫਿਰ ਰਾਜੂ ਵੱਲ ਵੇਖਦੀ ਪੁੱਛਣ ਲੱਗੀ, ਤੂੰ ਕੌਣ ਏ ਪੁੱਤਰਾ? ਤੂੰ ਮੇਰਾ ਇਹ ਨਸੀਬ ਕਿਵੇਂ ਮੋੜ ਆਂਦਾ? ਰਾਜੂ ਨੇ ਆਖਿਆ ਕੁਛ ਨਹੀਂ, ਸਿਰਫ ਹੱਥ 'ਚ ਫੜੀ ਹੋਈ ਪਰਚੀ ਪਾੜ ਕੇ ਸ਼ਾਣੀ ਦੇ ਪੈਰਾਂ 'ਚ ਸੁੱਟ ਦਿੱਤੀ। ਲੋਕਾਂ ਨੇ ਰਾਜੂ ਨੂੰ ਕਦੀ ਨਹੀਂ ਵੇਖਿਆ, ਸਿਰਫ ਇੱਕ ਦੂਜੇ ਤੋਂ ਉਹਦਾ ਨਾਂ ਸੁਣਿਆ ਸੀ। ਇਸ ਲਈ ਉਹਨਾਂ 'ਚੋਂ ਇੱਕ ਕਹਿਣ ਲੱਗਾ, ਸ਼ਾਣੀ, ਇਹ ਬੰਦਾ ਹੋਰ ਕੋਈ ਨਹੀਂ ਹੋ ਸਕਦਾ, ਜ਼ਰੂਰ ਡਾਕੂ ਰਾਜ ਬਹਾਦਰ ਹੋਏਗਾ। ਸ਼ਾਣੀ ਤੜਫ ਜੀ ਗਈ, ਨਾ ਵੇ ਲੋਕਾ, ਤੁਸੀਂ ਇਹਨੂੰ ਡਾਕੂ ਕਿਉਂ ਕਹਿੰਦੇ ਹੋ? ਡਾਕੂ ਵੀ ਕਦੇ ਪਰਾਇਆਂ ਦੇ ਪੁੱਤਰ ਬਚਾਉਂਦੇ ਨੇ, ਇਹ ਤੇ ਕਿਸੇ ਜਨਮ ਦਾ ਮੇਰਾ ਆਪਣਾ ਹੀ ਪੁੱਤਰ ਲੱਗਦਾ। ਇੰਨੇ 'ਚ ਰਤਨਾ ਤੇ ਦੂਜੇ ਸਾਥੀ ਰਾਜੂ ਦੇ ਕੋਲ ਆ ਪਹੁੰਚੇ ਸਨ। ਰਾਜੂ ਨੇ ਗੋਬਿੰਦ ਦੀ ਲੱਤ ਵਿੱਚੋਂ ਲਹੂ ਵਗਦਾ ਵੇਖਿਆ ਤਾਂ ਸ਼ਾਣੀ ਦੇ ਕੋਲ ਹੋ ਕੇ ਇੱਕ ਵਾਰੀ ਉਹਦੇ ਪੈਰਾਂ ਨੂੰ ਹੱਥ ਲਾ ਕੇ ਪਿਛਾਂਹ ਮੁੜ ਪਿਆ। ਰਤਨਾ ਨੇ ਮੁੜਨ ਲੱਗਿਆ ਇੱਕ ਵਾਰੀ ਘੋੜੇ ਤੋਂ ਉਤਰ ਕੇ ਸ਼ਾਣੀ ਦੇ ਬੱਚੇ ਨੂੰ ਪਿਆਰ ਕੀਤਾ ਤੇ ਮੁੜ ਘੋੜੇ ਤੇ ਚੜ੍ਹਦੀ ਤੇ ਦੂਰ ਜਾਂਦੀ ਨੂੰ ਜਾਪਿਆ, ਜਿਵੇਂ ਅੱਜ ਉਹਨੂੰ ਨਿੱਕੀ ਜਿਹੀ ਨੂੰ ਕੋਈ ਪੰਨੇ ਡਾਕੂ ਕੋਲੋਂ ਮੋੜ ਲਿਆਇਆ ਹੋਵੇ। ਧੰਨਵਾਦ।